ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ। ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਦੀਨ ਦਿਆਲ ਦੁਖ ਭੰਜਨਾ ਕਰ ਬੰਧਨ ਪ੍ਰਭ ਪਾਰ ਬ੍ਰਹਮ ਬਾਛੋ ਸਾਧੈ ਧੂਰ। ਆਪਨ ਵਾਰ ਹਰ ਹਰ ਭਜੋ ਨਾਨਕ ਪ੍ਰਭ ਭਰਪੂਰ। ਕਿਲ ਵਿਗ ਕਾਟੜ ਭੈ ਹਰਣਾ ਸੁਖ ਸਾਗਰ ਹਰ ਰਾਏ। ਦੀਨ ਦਿਆਲ ਦੁਖ ਭੰਜਨਾ ਨਾਨਕ ਨੀਤ ਧਿਆਏ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਵੀ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੋ ਨਿਧ ਆਵੈ ਧਾਈ। ਸਭ ਤਾਈ ਹੋਏ ਸਹਾਈ ਦਸਵੇਂ ਪਾਤਸ਼ਾਹ। ਗੁਰੂ ਗੋਬਿੰਦ ਸਿੰਘ ਜੀ ਸਭ ਤਾਈ ਹੋਏ ਸਹਾਈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਾ ਧਿਆਨਤਰ ਬੋਲੋ ਜੀ ਵਾਹਿਗੁਰੂ। ਆਇਆ ਮਲਕਾ ਜੀ ਮੈਂ ਚੱਲ ਕੇ ਦੁਆਰ। ਆਇਆ ਦਾਤਿਆ ਜੀ ਮੈਂ ਚੱਲ ਕੇ ਦੁਆਰ। ਆਇਆ ਮਾਲਕਾ ਜੀ ਮੈਂ ਚੱਲ ਕੇ ਦੁਆਰੇ। ਆਇਆ ਮਾਲਕਾ ਜੀ ਮੈਂ ਚੱਲ ਕੇ ਦੁਆਰੇ। ਬੋਲੋ ਮਾਲਕਾ ਜੀ ਮੈਂ ਚੱਲ ਕੇ ਦੁਆਰੇ। ਭਾਈ ਗੱਜ ਕੇ ਜਪੋ। ਆਇਆ ਮਾਲਕਾ ਜੀ ਮੈਂ ਚੱਲ ਕੇ ਦੁਆਰੇ। ਆਇਆ ਮਾਲਕਾ ਜੀ ਮੈਂ ਚੱਲ ਕੇ ਦੁਆਰ। ਆਇਆ ਦਾਤਿਆ ਜੀ ਮੈਂ ਚੱਲ ਕੇ ਦੁਆਰੇ। ਆਇਆ ਮਾਲਕਾ ਜੀ ਮੈਂ ਚੱਲ ਕੇ ਦੁਆਰੇ। ਆਇਆ ਮਾਲਕਾ ਜੀ ਮੈਂ ਚੱਲ ਕੇ ਦੁਆਰੇ। ਆਇਆ ਮਾਲਕਾ ਜੀ ਮੈਂ ਚੱਲ ਕਰੋ ਕਿਰਪਾ ਪਾਈ ਗੱਜ ਕੇ। ਆਇਆ ਮਾਲਕਾ ਜੀ ਮੈਂ ਚੱਲ ਕੇ ਦੁਆਰੇ। ਚੱਲ ਕੇ ਦੁਆਰੇ ਚੱਲ ਕੇ ਦੁਆਰ। ਚੱਲ ਕੇ ਦੁਆਰੇ ਚੱਲ ਕੇ ਦੁਆਰੇ।
के द्वारे जी मैं चल के द्वारे, चल के द्वारे जी मैं चल के द्वारे, चल के द्वारे जी मैं चल के द्वारे, चल के द्वारे जी चल के द्वारे, चल के द्वारे जी मैं 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 चल के द्वारे, आया मालका जी मैं चल के द्वारे, आया दातिया जी मैं चल के द्वारे, आया जी मैं चल के द्वारे, आया मालका जी मैं चल के द्वारे, आया मालका जी मैं चल के द्वारे, आया मालका जी मैं चल के द्वारे, हूँ आया दूरों चल के मैं थकी तो चरनाए जियो, मैं आशा रखी चित में, मैं आशा रखी चित में, मेरा सब दुख गवाए जियो, फिरत फिरत प्रभ आया, परया तू चरनाए, नानक की प्रभ बेनती अपनी भक्ति लाए, सगल द्वार पुछाड़ के जहों द्वारो द्वार, बाहें गए की लाज गोविंद दास तुम्हार, वाहेगुरु 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 वाहेगुरु।
ਵਾਹਿਗੁਰੂ 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 ਸਾਰੇ ਜਪੋ ਵਾਹਿਗੁਰੂ 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 ਜਦੋਂ ਹੁੰਦੀ ਆ ਗੁਰਾਂ ਦੀ ਕਿਰਪਾ ਉਹ ਵਿਛੜੇ ਵੀ ਆਣ ਮਿਲਨੇ ਹੁੰਦੀ ਆ ਗੁਰਾਂ ਦੀ ਕਿਰਪਾ ਵਿਛੜੇ ਵੀ ਆਣ ਮਿਲਦੇ ਜਦੋਂ ਹੁੰਦੀ ਆ ਗੁਰਾਂ ਦੀ ਕਿਰਪਾ ਵਿਛੜੇ ਵੀ ਆਣ ਮਿਲਦੇ ਜਦੋਂ ਦੀ ਹੈ ਗੁਰਾਂ ਦੀ ਕਿਰਪਾ ਵਿਛੜੇ ਵੀ ਆਣ ਮਿਲਦੇ ਹੁੰਦੀ ਹੈ ਗੁਰਾਂ ਬੋਲੋ ਭੈਣਾਂ ਸਾਰੀਆਂ ਗੱਜ ਕੇ ਭਾਈ ਵਿਛੜੇ ਵੀ ਆਣ ਮਿਲਦੇ ਸ਼ਬਦ ਦੇ ਵਿੱਚ ਰਸਨਾ ਪਵਿੱਤਰ ਹੁੰਦੀ ਹੈ ਗੁਰਾਂ ਦੀ ਕਿਰਪਾ ਵਿਛੜੇ ਵੀ ਆਣ ਮਿਲਦੇ ਹੁੰਦੀ ਹੈ ਗੁਰਾਂ ਦੀ ਕਿਰਪਾ ਗੁਰਾਂ ਦੀ ਕਿਰ ਵਿਛੜੇ ਵੀ ਆਣ ਮਿਲਦੇ ਜਦੋਂ ਹੁੰਦੀ ਹੈ ਗੁਰਾਂ ਦੀ ਕਿਰਪਾ ਵਿਛੜੇ ਵੀ ਆਣ ਮਿਲਦੇ ਹੁੰਦੀ ਹੈ ਗੁਰਾਂ ਦੀ ਕਿਰਪਾ ਵਿਛੜੇ ਵੀ ਆਣ ਮਿਲਦੇ ਜਦੋਂ ਹੁੰਦੀ ਹੈ ਗੁਰਾਂ ਦੀ ਕਿਰਪਾ ਵਿਛੜੇ ਵੀ ਆਣ ਮਿਲਦੇ ਗੁਰਾਂ ਦੀ ਕਿਰਪਾ ਵਿਛੜੇ ਵੀ ਆਣ ਮਿਲਦੇ ਜਦੋਂ ਹੁੰਦੀ ਹੈ ਗੁਰਾਂ ਦੀ ਕਿਰਪਾ ਵਿਛੜੇ ਵੀ ਆਣ ਮਿਲਦੇ ਮੇਰੇ ਪਿਆਰੇ ਵਿਛੜੇ ਵੀ ਆਣ ਮਿਲਦੇ ਮੇਰੇ ਪਿਆਰੇ ਵਿਛੜੇ ਵੀ ਆਣ ਮਿਲਦੇ ਪਿਆਰੇ ਵਿਛੜੇ ਵੀ ਆਣ ਮਿਲਦੇ ਪਿਆਰਿਆ ਵਿਛੜੇ ਵੀ ਆਣ ਮਿਲਦੇ ਤੇਰੇ ਪਿਆਰੇ ਵਿਛੜੇ ਵੀ ਆਣ ਮਿਲਦੇ ਪਿਆਰਿਆ ਵਿਛੜੇ ਵੀ ਆਣ ਮਿਲਦੇ ਪਿਆਰੇ ਜੀ ਵਿਛੜੇ ਵੀ ਆਣ ਮਿਲਦੇ ਪਿਆਰੇ ਜੀ ਵਿਛੜੇ ਵੀ ਆਣ ਮਿਲਦੇ ਵਿਛੜੇ ਵੀ ਆਣ ਮਿਲਦੇ ਪਿਆਰਿਆ ਵਿਛੜੇ ਵੀ ਆਣ ਮਿਲਦੇ ਵਿਛੜੇ ਵੀ ਆਣ ਮਿਲਦੇ ਪਿਆਰਿਆ ਵਿਛੜੇ ਵੀ ਆਣ ਮਿਲਦੇ
ਜਦੋਂ ਹੁੰਦੀ ਹੈ ਗੁਰਾਂ ਦੀ ਕਿਰਪਾ ਵਿਛੜਿਆਨ ਮਿਲਦੇ ਜਦੋਂ ਹੁੰਦੀ ਹੈ ਗੁਰਾਂ ਦੀ ਕਿਰਪਾ ਵਿਛੜੇ ਵਿਆਣ ਮਿਲਦੇ ਹੁੰਦੀ ਹੈ ਗੁਰਾਂ ਦੀ ਕਿਰਪਾ ਵਿਛੜੇ ਵਿਆਣ ਮਿਲਦੇ ਜਦੋਂ ਹੁੰਦੀ ਹੈ ਗੁਰਾਂ ਦੀ ਕਿਰਪਾ ਵਿਛੜੇ ਵਿਆਣ ਮਿਲਦੇ ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਵੀ ਵਿਛੜਿਆ ਮਿਲੇ ਪ੍ਰਭੂ ਹਰ ਦਰਗੇ ਕਾ ਹਰ ਨਾਮੋ ਮਤ ਲੜਾਏਂਦਾ ਕਟੇ ਹੋ ਮੈਂ ਰੋਗ ਨਾਨਕ ਸਤਿਗੁਰ ਕਿਨਾ ਮਿਲਾ ਜਿਨ ਪੁਰੇ ਪਿਆ ਸੰਜੋਗ ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲਾ ਪ੍ਰਭੂ ਹਰ ਦਰਗੇ ਕਾ ਬਸੀਠ ਹਰ ਨਾਮੋ ਮੰਤਰ ਦੜਾਇੰਦਾ ਕੱਟੇ ਹੋਮੈ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ ਧੁਰੇ ਪਿਆ ਸੰਜੋਗ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਪਰਮ ਸਨਮਾਨਯੋਗ ਸਤਿਗੁਰ ਦੀ ਸਾਜੀ ਅਤੇ ਨਿਵਾਜੀ ਗੁਰੂ ਕਾ ਖਾਸ ਰੂਪ ਗੁਰੂ ਪਿਆਰੀ ਸਤ ਸੰਗਤ ਜੀਓ ਆਓ ਸਰਬੱਤ ਸੰਗਤਾਂ ਅੰਮ੍ਰਿਤ ਵੇਲੇ ਬੰਦੀ ਛੋੜ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਉਣ ਵਾਸਤੇ ਇਕੱਤਰ ਹੋਏ ਆ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ਾਂ ਹੋਈਆਂ ਨੇ, ਮਹਿਰਮਤ ਹੋਈ ਹੈ ਸਤਿਗੁਰ ਦੀ ਕਿ ਸਤਿਗੁਰ ਜੀ ਦੀ ਨਿੱਘੀ ਗੋਦ ਅੰਦਰ ਬੈਠਣ ਦਾ ਆਪਾਂ ਨੂੰ ਇਹ ਅੰਮ੍ਰਿਤ ਵੇਲੇ ਦਾ ਸੁਭਾਗ ਪ੍ਰਾਪਤ ਹੋਇਆ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਦੇ ਮਹਾਂ ਵਾਕਾਂ ਅਨੁਸਾਰ ਆਪਾਂ ਸਾਰੇ ਖੁਸ਼ੀਆਂ ਦੇ ਸਮੇਂ ਤੇ ਇਕੱਤਰ ਹੋਏ ਹਾਂ। ਸਰਬੱਤ ਮਾਈ ਭਾਈ ਕਰੋ ਰਸਨਾ ਪਵਿੱਤਰ, ਕੋਈ ਰਸਨਾ ਵਾਂਝੀ ਨਾ ਰਵੇ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸਪੁੱਤਰ ਮਾਤਾ ਗੰਗਾ ਜੀ ਦੀ ਕੁੱਖ ਤੂੰ ਜਾਏ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਜ ਆਪਾਂ ਪਾਵਨ ਪਵਿੱਤਰ ਦਿਹਾੜੇ ਉਹ ਮਨਾ ਰਹੇ ਆ ਜਿਸ ਦਿਨ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਗਵਾਲੀਅਰ ਦੇ ਕਿਲੇ ਦੇ ਵਿੱਚ 52 ਰਾਜਿਆਂ ਨੂੰ ਰਿਹਾ ਕਰਵਾਇਆ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਤੋਂ ਉਪਰੰਤ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਤਿਲਕ ਲਾਏ ਗਏ। ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨਾਈਆਂ ਗਈਆਂ। ਅਕਾਲ ਤਖਤ ਦੀ ਸਤਿਗੁਰਾਂ ਨੇ ਸਿਰਜਣਾ ਕਰਵਾਈ। ਆਪਣੇ ਹੱਥੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪ ਆਪਣੇ ਹੱਥੀਂ ਸੇਵਾ ਕੀਤੀ।
ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਵਰਗੇ ਗੁਰਸਿੱਖਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸੇਵਾ ਕਰਕੇ ਬੜੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖ ਸੰਗਤਾਂ ਨੂੰ ਹੁਕਮਨਾਮਾ ਜਾਰੀ ਕੀਤਾ ਅਕਾਲ ਤਖਤ ਤੋਂ ਕਿ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਜੋ ਵੀ ਭਾਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤ ਹੋਣ ਵਾਸਤੇ ਪਹੁੰਚਦੀਆਂ ਨੇ, ਸੰਗਤਾਂ ਨੂੰ ਬੇਨਤੀ ਹੈ ਜਿੱਥੇ ਆਪ ਸੰਗਤਾਂ ਬੇਸ਼ੁਮਾਰ ਭਟਾਵਾਂ ਧਨ ਮਾਇਆ ਪਦਾਰਥ ਸੋਹਣੇ ਸੁੰਦਰ ਦਸ਼ਾਲੇ ਲੈ ਕੇ ਪਹੁੰਚਦੀਆਂ, ਉੱਥੇ ਅੱਜ ਤੋਂ ਬਾਅਦ ਸਾਡਾ ਹੁਕਮ ਹੈ ਕਿ ਸਾਨੂੰ ਨੌਜਵਾਨ ਜਵਾਨੀਆਂ ਭੇਟ ਕਰਨ ਤੇ ਸੋਹਣੇ ਘੋੜੇ ਤੇ ਸੋਹਣੇ ਸੋਹਣੇ ਸੁੰਦਰ ਸੁੰਦਰ ਸ਼ਸਤਰ ਭੇਟਾ ਕਰਨ। ਸੰਗਤਾਂ ਇਹ ਭੇਟਾ ਲੈ ਕੇ ਆਉਣ ਤੇ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਬਾਣੀ ਦਾ ਫਰਮਾਨ ਹੈ ਵੀ ਰਾਜਾਨ ਰਾਜ ਭਾਨਾਨ ਪਾਨ ਉਪਮਾ ਮਹਾਨ। ਕਹਿੰਦੇ ਮੇਰਾ ਸਤਿਗੁਰੂ ਸੱਚੇ ਪਾਤਸ਼ਾਹ ਰਾਜਿਆਂ ਦਾ ਰਾਜਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਤਖਤ ਤੇ ਬਿਰਾਜਮਾਨ ਹੁੰਦੇ ਸੀ ਨਾ, ਜਿਸ ਵੇਲੇ ਆਪਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਡਿਓਢੀ ਦੇ ਅੰਦਰ ਪ੍ਰਵੇਸ਼ ਹੁੰਦੇ ਆ, ਪਾਵਨ ਪਵਿੱਤਰ ਸਰੋਵਰ ਤੋਂ ਆਪਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦੀਦਾਰਿਆਂ ਵਾਸਤੇ ਨਤਮਸਤਕ ਹੋਣ ਵਾਸਤੇ ਜਾਂਦੇ ਹਨ। ਤੇ ਸਾਧ ਸੰਗਤ ਜੀ ਸਾਹਮਣੇ ਅਕਾਲ ਤਖਤ ਸਾਹਿਬ ਸੁਭਾਏਮਾਨ ਹੈ। ਅਕਸਰ ਜਦੋਂ ਉੱਥੇ ਜਾਂਦੇ ਉੱਥੇ ਵੇਖਿਓ ਧਿਆਨ ਦੇ ਨਾਲ ਇੱਧਰਲੇ ਪਾਸੇ ਕਈ ਵਾਰ ਢਾਡੀ ਦਰਬਾਰ ਹੁੰਦਾ ਹੈ ਤੇ ਉਸ ਦੇ ਉੱਤੇ ਅਕਾਲ ਤਖਤ ਦੇ ਉੱਤੇ ਅੱਜ ਵੀ ਉਹ ਚਦੋਆ ਸਾਹਿਬ ਸੁਭਾਏਮਾਨ ਹੈ। ਉਹ ਤਖਤ ਉਸੇ ਤਾਂ ਸੁਭਾਏਮਾਨ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਲਗੀ ਲਾ ਕੇ ਉੱਚੇ ਸਿਕਾਸਣ ਤੇ ਬੈਠ ਕੇ ਸੰਗਤਾਂ ਦੇ ਨਾਲ ਬਚਨ ਵਿਲਾਸ ਕਰਿਆ ਕਰਦੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸੰਗਤਾਂ ਨੂੰ ਬਖਸ਼ਿਸ਼ਾਂ ਰਹਿਮਤਾਂ ਦੇ ਗੱਫੇ ਵੰਡਦੇ। ਤੇ ਸਾਧ ਸੰਗਤ ਜੀ, ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਤਖਤ ਸਾਹਿਬ ਤੇ ਤਖਤ ਤੇ ਵਿਰਾਜਮਾਨ ਹੁੰਦੇ ਨਾ, ਕਹਿੰਦੇ ਵੀ ਦੁਨੀਆ ਦੇ ਰਾਜਿਆਂ ਦੀ ਨੁਹਾਰ ਫਿੱਕੀ ਪੈ ਜਾਂਦੀ ਸੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਿਹਰੇ ਦਾ ਜਾ ਲਾਲ ਚੜ੍ਹਦੀ ਕਲਾਂ ਦੇ ਵਿੱਚ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸੋਹਣਾ ਸੁੰਦਰ ਸਰੂਪ ਸਤਿਗੁਰਾਂ ਦਾ, ਤੇ ਸੰਗਤਾਂ ਦਰਸ਼ਨ ਕਰ ਕਰਕੇ ਬੜਾ ਮਾਣ ਮਹਿਸੂਸ ਕਰਦੀਆਂ ਸਨ। ਕਿਉਂਕਿ ਬੱਚਿਆਂ ਨੂੰ ਚੁੱਪ ਕਰਾਓ ਜੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬੜੀ ਸ਼ਰਧਾ ਭਾਵਨਾ ਰੱਖ ਕੇ ਸੰਗਤਾਂ ਜਾਂਦੀਆਂ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਗੁਰਸਿੱਖੀ ਗੁਰੂ ਨਾਨਕ ਦਾ ਘਰ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਖੀ ਚਲਾਈ ਹੈ। ਅਸੀਂ ਇਸ ਸਿੱਖੀ ਨੂੰ ਅੱਗੇ ਵਧਾਉਂਦਿਆਂ ਹੋਇਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਸਿੱਖੀ ਦਾ ਰੁਖ ਮੋੜ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਹੁਣ ਇਸ ਤਰ੍ਹਾਂ ਮਸਲੇ ਹੱਲ ਨਹੀਂ ਜੇ ਹੋਣੇ, ਕਿਉਂਕਿ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜਿਸ ਦਿਨ ਹਰਿਮੰਦਰ ਸਾਹਿਬ ਤੋਂ ਚਾਲੇ ਪਾਉਣ ਲੱਗੇ ਨਾ ਲਾਹੌਰ ਨੂੰ ਸ਼ਹੀਦੀ ਵਾਸਤੇ, ਸਤਿਗੁਰੂ ਜੀ ਜਦੋਂ ਚਾਲੇ ਪਾਉਣ ਲੱਗੇ ਤੇ ਉਸ ਵੇਲੇ ਸਤਿਗੁਰਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਆਪਣੇ ਸੀਨੇ ਨਾਲ ਲਾ ਕੇ ਵਚਨ ਕਹੇ ਸਨ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਹਰਗੋਬਿੰਦ ਸਮਾਂ ਬਹੁਤ ਕਰੜਾ ਆਉਣਾ ਤੇ ਤਲਵਾਰਾਂ ਪਹਿਨਣੀਆਂ, ਕਿਉਂਕਿ ਹੁਣ ਜ਼ੁਲਮ ਨੂੰ ਨਜਿੱਠਣ ਵਾਸਤੇ ਹਥਿਆਰ ਉਠਾਉਣਾ ਪੈਣਾ ਹੈ।
ਅੱਜ ਉਹ ਸਮਾਂ ਆਇਆ ਸਾਧ ਸੰਗਤ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਨੁਹਾਰ ਬਦਲੀ। ਬੇਅੰਤ ਨੌਜਵਾਨ ਗੁਰਸਿੱਖ ਸੰਗਤਾਂ ਪਹੁੰਚੀਆਂ, ਦੀਵਾਨ ਸਜਦੇ ਨੇ। ਢਾਡੀ ਦਰਬਾਰ ਹੁੰਦੇ ਨੇ, ਪੰਜ ਪਿਆਲੇ ਪੰਜ ਪੀਰ ਸਤਿਗੁਰ ਸੱਚੇ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤਖਤ ਤੇ ਵਿਰਾਜਮਾਨ ਨੇ। ਕਹਿੰਦੇ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ, ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰ। ਜਾਲੂ ਜਹਲਾਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ੋਭਾ ਦੇ ਵਿੱਚ ਢਾਡੀ ਨੱਥਾ ਅਬਦੁੱਲਾ ਜੀ ਕਹਿੰਦੇ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਪੱਗ ਤੇਰੀ ਕੀ ਜਹਾਂਗੀਰ ਕੀ। ਸੱਚੇ ਪਾਤਸ਼ਾਹ ਤੁਹਾਡੀ ਦਸਤਾਰ, ਤੁਹਾਡੇ ਸੀਸ ਤੇ ਚੌਂ ਵਰਨਾਂ ਦਾ ਛਤਰ ਝੁਲਦਾ ਜੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਦਸਤਾਰ ਉੱਚੀ ਸੁੱਚੀ ਹੈ, ਇਹਦੇ ਅੱਗੇ ਰਾਜਿਆਂ ਦੀ ਕੀ ਦਸਤਾਰ। ਤੁਹਾਡੀ ਪੱਗ ਦੇ ਅੱਗੇ ਜਹਾਂਗੀਰ ਦੀ ਪੱਗ ਕੁਝ ਮਹਿਨਾ ਨਹੀਂ ਰਖਾਉਂਦੀ। ਉਹ ਤੇ 4 ਦਿਨਾਂ ਦਾ ਰਾਜਾ। ਸਤਿਗੁਰ ਜੀ ਤੁਸੀਂ ਸੇ ਦੀਨ ਦੁਨੀਆ ਦੇ ਰਾਜੇ ਹੋ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਅੰਤ ਸੰਗਤਾਂ ਸਾਧ ਸੰਗਤ ਜੀ ਭਾਵਨਾ ਨਾਲ ਯਾਦ ਕਰਦੀਆਂ ਨੇ। ਇਧਰ ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਚੜ੍ਹਦੀ ਕਲਾ ਵੇਖ ਕੇ ਜਿਹੜਾ ਚੰਦੂ ਸੀ ਇਹ ਚਾਹੁੰਦਾ ਸੀ ਵੀ ਕਿਸੇ ਨਾ ਕਿਸੇ ਤਰ੍ਹਾਂ ਹਰਗੋਬਿੰਦ ਨੂੰ ਵੀ ਦਬਾਇਆ ਜਾਵੇ, ਨਹੀਂ ਤੇ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਦਾ ਬਦਲਾ ਜ਼ਰੂਰ ਲਵੇਗਾ। ਜੋ ਇਹ ਕਰ ਰਿਹਾ, ਇਸ ਚੰਦੂ ਨੇ ਫਟਾਫਟ ਸਾਧ ਸੰਗਤ ਜੀ ਰੁਕੇ ਲਿਖੇ ਜਹਾਂਗੀਰ ਨੂੰ ਪਹੁੰਚਾ ਦਿੱਤੇ। ਸਾਧ ਸੰਗਤ ਜੀ ਚੁਗਲਖੋਰ ਨਾ ਚੁਗਲੀਆਂ ਬਾਜ ਰਹਿੰਦੇ, ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ। ਕੱਚੇ ਕੋਠਿਆਂ ਨੂੰ ਜੇਕਰ ਨਾ ਲਿਪੀ ਉਹ ਢਹਿੰਦਿਆਂ ਢਹਿੰਦਿਆਂ ਟਹਿ ਜਾਂਦੇ। ਇਹ ਪ੍ਰਾਤਨ ਕਹਾਵਤ ਹੈ। ਚੁਗਲਖੋਰ ਜਿਹੜਾ ਬੰਦਾ ਹੈ ਨਾ, ਉਹ ਜਿੰਨਾ ਚਿਰ ਚੁਗਲੀ ਕਰਦਾ ਨਹੀਂ ਉਹਦੇ ਢਿੱਡ ਵਿੱਚ ਅੰਨ ਨਹੀਂ ਪਚਦਾ। ਉਹ ਜਿੰਨਾ ਚਿਰ 10 ਬੰਦਿਆਂ ਨੂੰ ਕਹਿ ਨਾ ਆਵੇ ਉਹਨਾਂ ਚਿਰ ਉਹਨੂੰ ਚੈਨ ਨਹੀਂ ਆਉਂਦਾ। ਇਸ ਚੰਦੂ ਨੇ ਸਾਧ ਸੰਗਤ ਜੀ ਜਹਾਂਗੀਰ ਨੂੰ ਕਹਿਣਾ ਕੀਤਾ। ਕਹਿਣ ਲੱਗਾ, ਦੇਖ ਰਾਜਨ, ਜਹਾਂਗੀਰ ਅਰਜਨ ਦੇਵ ਦਾ ਪੁੱਤਰ ਹੈ, ਗੁਰੂ ਹਰਗੋਬਿੰਦ ਸਾਹਿਬ। ਉਹਨੇ ਤੇ ਵੇਖ ਹਥਿਆਰ ਚੱਕ ਲਏ ਨੇ। ਉਹਨੇ ਚੰਗੇ ਚੰਗੇ ਨੌਜਵਾਨ ਆਪਣੇ ਨਾਲ ਰੱਖੇ ਨੇ। ਤੇ ਸਾਧ ਸੰਗਤ ਜੀ ਉਹ ਦਿਨ ਜਹਾਂਗੀਰ ਨੇੜੇ ਆ ਰਿਹਾ, ਜਿਸ ਦਿਨ ਤੇਰੇ ਰਾਜ ਦੀ ਬਰਬਾਦੀ ਹੋਵੇਗੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਹਾਂਗੀਰ ਹਰਗੋਬਿੰਦ ਨੇ ਤੇਰੇ ਤਖਤ ਤੇ ਤੇਰੇ ਰਾਜ ਤੇ ਕਬਜ਼ਾ ਕਰ ਲੈਣਾ ਤੇ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਦਾ ਬਦਲਾ ਜ਼ਰੂਰ ਲਵੇਗਾ। ਮੈਂ ਤੈਨੂੰ ਲਿਖ ਕੇ ਦੇਣਾ। ਜਹਾਂਗੀਰ ਕੰਨਾਂ ਦਾ ਕੱਚਾ ਡਰ ਗਿਆ। ਕਹਿਣ ਲੱਗਾ ਵੀ ਗੱਲ ਤਾਂ ਤੇਰੀ ਸਹੀ ਹੈ। ਜਹਾਂਗੀਰ ਨੇ ਉਸ ਵੇਲੇ ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਦਿੱਲੀ ਬੁਲਾਉਣਾ ਕੀਤਾ। ਪਰ ਉਸ ਵੇਲੇ ਜਹਾਂਗੀਰ ਦਾ ਕੋਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਈ ਵੈਰ ਨਹੀਂ ਸੀ, ਨਾ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮਨ ਵਿੱਚ ਬਦਲੇ ਦੀ ਭਾਵਨਾ ਸੀ ਕੋਈ। ਤੇ ਸਾਧ ਸੰਗਤ ਜੀ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਹੁਕਮਨਾਮਾ ਜਾਰੀ ਕਰ ਦਿੱਤਾ ਵੀ ਤੁਸੀਂ ਦਿੱਲੀ ਆਉਣਾ ਕਰੋ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਾਣਦੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਦਿੱਲੀ ਬੁਲਾਇਆ ਗਿਆ ਤੇ ਬਹੁਤ ਬੇਅੰਤ ਸਿੱਖ ਸੰਗਤਾਂ ਵੀ ਸਤਿਗੁਰਾਂ ਦੇ ਨਾਲ 300 ਸਿੰਘ ਘੋੜ ਸਵਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਿੱਲੀ ਨੂੰ ਨਾਲ ਸਤਿਗੁਰਾਂ ਦੇ ਜਾ ਰਹੇ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬੇਅੰਤ ਸੰਗਤਾਂ ਨੂੰ ਬਖਸ਼ਿਸ਼ਾਂ ਦੇ ਗੱਫੇ ਵੰਡਦੇ ਹੋਏ ਦਿੱਲੀ ਪਹੁੰਚੇ। ਤੇ ਸਾਧ ਸੰਗਤ ਜੀ ਕੁਝ ਦਿਨ ਜਿਹੜਾ ਜਹਾਂਗੀਰ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਰਿਹਾ।
ਕਹਿੰਦਾ ਵੀ ਮੈਂ ਵੇਖਾਂ ਵੀ ਇਹਨਾਂ ਦੇ ਰੰਗ ਢੰਗ ਕੈਸੇ ਨੇ। ਪਰ ਜਦੋਂ ਉਹਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਵੇਖਿਆ ਤੇ ਉਹ ਆਪਣੇ ਆਪ ਵੱਲ ਵੇਖਦਾ, ਜਹਾਂਗੀਰ ਵੀ ਮੈਂ ਤੇ ਕੁਝ ਵੀ ਨਹੀਂ ਇਹਨਾਂ ਦੇ ਸਾਹਮਣੇ, ਇਹਨਾਂ ਦੀ ਰਹਿਣੀ ਬਹਿਣੀ ਬੜੀ ਸੁੰਦਰ ਹੈ। ਇਹ ਤੇ ਰਾਜਿਆਂ ਦੇ ਵੀ ਮਹਾਰਾਜੇ ਲੱਗਦੇ ਨੇ। ਗੱਲ ਚੰਦੂ ਦੀ ਸੱਚ ਹੈ ਵੀ ਜੇ ਹਰਗੋਬਿੰਦ ਸਿੰਘ ਦੇ ਮਨ ਵਿੱਚ ਆ ਗਿਆ ਤਾਂ ਇਹਨੇ ਮੇਰਾ ਰਾਜ ਖੋਹ ਲੈਣਾ। ਇਸ ਤਰ੍ਹਾਂ ਉਹ ਸਤਿਗੁਰਾਂ ਦੇ ਨਾਲ ਕੁਝ ਦਿਨ ਮਿਲਦਾ ਰਿਹਾ। ਸਾਧ ਸੰਗਤ ਜੀ, ਬਾਹਰ ਜੰਗਲਾਂ ਦੇ ਵਿੱਚ ਸ਼ਿੰਗਾਰ ਵਾਸਤੇ ਜਾਣਾ, ਇਹਨਾਂ ਨੇ ਸ਼ਿਕਾਰ ਕਰਨ ਤੇ ਨਾਲ ਜਹਾਂਗੀਰ ਨੇ ਜਾਣਾ। ਇੱਕ ਦਿਨ ਕੀ ਖੇਡ ਵਰਤੀ, ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਤੁਰਿਆ ਜਾ ਰਿਹਾ। ਅਚਾਨਕ ਜੰਗਲ ਦੇ ਵਿੱਚੋਂ ਸ਼ੇਰ ਨੇ ਜਹਾਂਗੀਰ ਦੇ ਉੱਤੇ ਹਮਲਾ ਕਰ ਦਿੱਤਾ। ਇਹਦੇ ਨਾਲ ਦੇ ਸਾਥੀ ਵੀ ਭੱਜ ਗਏ, ਕਿਸੇ ਦੀ ਪੇਸ਼ ਨਾ ਚੱਲੀ, ਹਾਥੀ ਘੋੜੇ ਭੱਜ ਕੇ ਤੇ ਜਹਾਂਗੀਰ ਫਸ ਗਿਆ। ਤੇ ਇਹਨੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਕਹਿਣ ਲੱਗਾ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੋ, ਮੇਰੀ ਰੱਖਿਆ ਕਰੋ, ਨਹੀਂ ਤੇ ਇਸ ਸ਼ੇਰ ਨੇ ਮੈਨੂੰ ਮੌਤ ਦੇ ਘਾਟ ਉਤਾਰ ਦੇਣਾ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਰੀਰ ਦੇ ਬੜੇ ਬਲਵਾਨ ਸਨ। ਬੜੇ ਜਵਾਨ ਸਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਕਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚੋਲਾ ਸਾਹਿਬ ਦੇ ਦਰਸ਼ਨ ਕਰਿਓ। ਕਢਾਣੀ ਕਲਾ ਨਗਰ ਦੇ ਵਿੱਚ ਸਵਾਈਮਾਨ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਸਾਧ ਸੰਗਤ ਜੀ ਆਪਣੇ ਮਿਆਨ ਦੇ ਵਿੱਚੋਂ ਤਲਵਾਰ ਧੂ ਕੇ ਕੱਢੀ ਤੇ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇੱਕੋ ਵਾਰ ਦੇ ਨਾਲ ਸ਼ੇਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਜਹਾਂਗੀਰ ਚਰਨਾਂ ਤੇ ਡਿੱਗ ਪਿਆ। ਗੱਜ ਕੇ ਆਖੋ ਸਤਨਾਮ। ਸ਼੍ਰੀ ਵਾਹਿਗੁਰੂ। ਡਰ ਗਿਆ ਜਹਾਂਗੀਰ, ਕਹਿਣ ਲੱਗਾ ਵੀ ਇੰਨਾ ਬਲਵਾਨ ਸੂਰਮੇ ਤੁਸੀਂ, ਕਮਾਲ ਹੋ ਗਈ ਕਹਿੰਦਾ। ਤੇ ਸਾਧ ਸੰਗਤ ਜੀ ਬੜਾ ਉਹਨੇ ਸਤਿਕਾਰ ਕੀਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਅੱਜ ਤੁਸੀਂ ਮੈਨੂੰ ਬਚਾ ਲਿਆ। ਚਲੇ ਗਿਆ ਆਪਣੇ ਮਹਿਲਾਂ ਵਿੱਚ। ਚੰਦੂ ਕਹਿੰਦਾ ਜਹਾਂਗੀਰ ਉਹ ਦਿਨ ਨੇੜੇ ਨਹੀਂ, ਤੇਰਾ ਰਾਜ ਖੁੱਸ ਜਾਣਾ। ਇਹ ਬਦਲੇ ਦੀ ਭਾਵਨਾ ਕਰਕੇ ਆਏ ਨੇ ਹਰਗੋਬਿੰਦ ਸਾਹਿਬ, ਕਿਸੇ ਨਾ ਕਿਸੇ ਤਰੀਕੇ ਇਹਨਾਂ ਨੂੰ ਹੁਣ ਆਪਣੇ ਕੈਦ ਵਿੱਚ ਕਰ ਲੈ। ਸੋਚਣ ਲੱਗ ਪਿਆ, ਕਹਿਣ ਲੱਗਾ ਵੀ ਗੱਲ ਠੀਕ ਹੈ, ਜੇ ਇਹਨਾਂ ਨੂੰ ਛੱਡ ਦਿੱਤਾ ਹੁਣ ਮੇਰੇ ਕੋਲ ਮੌਕਾ, ਇਹਨਾਂ ਨੂੰ ਕਿਉਂ ਨਾ ਪਕੜਿਆ ਜਾਵੇ। ਇਹਨੇ ਕੀ ਕੀਤਾ, ਸਾਧ ਸੰਗਤ ਜੀ ਹੁਕਮ ਕੀਤਾ, ਕਹਿਣ ਲੱਗਾ ਵੀ 40 ਦਿਨ ਦੀ ਕੈਦ ਹਰਗੋਬਿੰਦ ਸਾਹਿਬ ਨੂੰ ਸ਼ਾਹੀ ਜੇਲ੍ਹ ਖਾਨੇ ਦੇ ਵਿੱਚ ਰੱਖਿਆ ਜਾਵੇ, ਜਿੱਥੇ ਸਾਰੇ ਰਾਜੇ ਰੱਖੇ ਹੋਏ ਸਨ। 52 ਰਾਜੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਸਨ ਪਹਿਲਾਂ ਹੀ। ਤੇ ਸਾਧ ਸੰਗਤ ਜੀ ਹੁਕਮ ਕੀਤਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਉੱਥੇ ਕੈਦ ਕਰ ਦਿੱਤਾ। ਜਦੋਂ ਸਤਿਗੁਰਾਂ ਨੂੰ ਇਹਨੇ ਕੈਦ ਕਰ ਲਿਆ ਤੇ ਸੰਗਤਾਂ ਨੂੰ ਪਤਾ ਲੱਗਿਆ, ਸੰਗਤਾਂ ਰੋਸ ਕਰਦੀਆਂ ਨੇ, ਇਹ ਕੀ ਭਾਣਾ ਵਰਤਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੰਗਤਾਂ ਬੜਾ ਪ੍ਰੇਮ ਕਰਦੀਆਂ ਸਨ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚ ਸਤਿਗੁਰ ਜੀ ਸ਼ਾਹੀ ਜੇਲ੍ਹ ਦੇ ਵਿੱਚ ਕੈਦ ਨੇ ਨਾ, ਤੇ ਜਹਾਂਗੀਰ ਨੇ ਗੱਲ ਕਹੀ ਆਪਣੇ ਅਹਿਲਕਾਰਾਂ ਨੂੰ, ਕਹਿਣ ਲੱਗੇ ਵੀ ਸਤਿਗੁਰਾਂ ਦੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਵਧੀਆ ਵਧੀਆ ਸਾਡੇ ਵਾਲੇ ਪਦਾਰਥ ਇਹਨਾਂ ਨੂੰ ਦਿੱਤੇ ਜਾਣ, ਕੋਈ ਤੰਗੀ ਨਾ ਹੋਵੇ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਹਾਂਗੀਰ ਦੇ ਘਰ ਦਾ ਲੰਗਰ ਪਾਣੀ ਛਕਿਆ ਨਹੀਂ, ਜਵਾਬ ਦੇ ਦਿੱਤਾ। ਮਹਾਰਾਜ ਕਹਿਣਗੇ ਭਾਈ ਸਾਡੇ ਸਿੰਘ ਜਾਣਗੇ, ਕਿਰਤ ਕਰਕੇ ਲਿਆਉਣਗੇ ਤੇ ਉਹ ਪ੍ਰਸ਼ਾਦਾ ਅਸੀਂ ਛਕਾਂਗੇ। ਸਾਡੇ ਸਿੰਘ 10 ਨਵਾਂ ਦੀ ਕਿਰਤ ਕਰਕੇ ਆਉਣਗੇ, ਉਹ ਪ੍ਰਸ਼ਾਦਾ ਲੰਗਰ ਅਸੀਂ ਛਕਾਂਗੇ। ਇਸ ਤਰ੍ਹਾਂ ਸਾਧ ਸੰਗਤ ਜੀ ਸਮਾਂ ਬੀਤਦਾ ਚਲਿਆ ਗਿਆ। ਅੱਜ ਹੋਰ ਕੱਲ ਹੋਰ, ਸਮਾਂ ਬਹੁਤ ਲਵੇਰਾ ਚਲੇ ਗਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ 2 ਸਾਲ 3 ਮਹੀਨੇ ਬੀਤ ਗਏ ਗਵਾਲੀਅਰ ਦੀ ਜੇਲ੍ਹ ਵਿੱਚ।
27 ਮਹੀਨੇ ਜਦੋਂ ਬੀਤੇ ਤੇ ਇਧਰ ਸੰਗਤਾਂ ਦੇ ਮਨ ਵਿੱਚ ਵਿਰਾਗ, ਬਾਬਾ ਬੁੱਢਾ ਸਾਹਿਬ ਜੀ ਸਤਿਗੁਰਾਂ ਨੂੰ ਯਾਦ ਕਰਦੇ ਨੇ ਤੇ ਬੇਅੰਤ ਸੰਗਤਾਂ ਸਾਧ ਸੰਗਤ ਜੀ ਸਤਿਗੁਰ ਦੀ ਯਾਦ ਦੇ ਵਿੱਚ ਜੁੜਦੀਆਂ ਨੇ, ਵਿਰਾਗ ਦੇ ਵਿੱਚ ਸਤਿਗੁਰਾਂ ਨੂੰ ਯਾਦ ਕਰਦੀਆਂ ਨੇ। ਬੜਾ ਲੰਮਾ ਸਮਾਂ ਹੋ ਗਿਆ ਸਤਿਗੁਰਾਂ ਦੇ ਦੀਦਾਰ ਨਹੀਂ ਹੋਏ ਤੇ ਸਤਿਗੁਰਾਂ ਨੇ ਸਾਰਾ ਪ੍ਰਬੰਧ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਸੰਭਾਲ ਦਿੱਤਾ ਸੀ। ਮਹਾਰਾਜ ਕਹਿਣਗੇ ਭਾਈ ਸਮਾਂ ਲੱਗੇਗਾ, ਆਵਾਂਗੇ ਜ਼ਰੂਰ ਵਾਪਸ, ਪਰ ਸਮੇਂ ਬਾਅਦ ਆਵਾਂਗੇ। ਗੁਰੂ ਘਰ ਦੇ ਕਾਰਜ ਬਾਬਾ ਬੁੱਢਾ ਸਾਹਿਬ ਜੀ ਨਿਰੰਤਰ ਜਾਰੀ ਰਹਿਣਗੇ। ਗੁਰਸਿੱਖ ਸੰਗਤਾਂ ਆਉਂਦੀਆਂ ਨੇ, ਸੰਗਤਾਂ ਨੂੰ ਕਿਸੇ ਗੱਲ ਦੀ ਕਮੀ ਨਾ ਆਵੇ। ਸੰਗਤਾਂ ਦਾ ਸਤਿਕਾਰ ਕਰਨਾ ਹੈ, ਗੁਰੂ ਘਰ ਦੇ ਵਿੱਚੋਂ ਕਿਸੇ ਨੂੰ ਨਿਰਾਸ਼ਾ ਨਹੀਂ ਜਾਣ ਦੇਣਾ। ਇਹ ਬਚਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕੀਤੇ। ਪਰ ਸਾਧ ਸੰਗਤ ਜੀ ਅੱਜ ਸਮਾਂ ਹੋ ਗਿਆ, ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਆਂਦਨ ਨੀਤ, ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ, ਦਰਸ਼ਨ ਦੇਖ ਜਿਵਾ ਗੁਰ ਤੇਰਾ ਪੂਰਨ ਕਰਮ ਹੋਏ। ਪ੍ਰਭ ਮੇਰਾ ਸਤਿਗੁਰ ਸੱਚੇ ਪਾਤਸ਼ਾਹ ਬੜਾ ਲੰਮਾ ਸਮਾਂ ਹੋ ਗਿਆ ਯਾਦ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਬੇਅੰਤ ਸੰਗਤਾਂ ਨੂੰ ਲੈ ਕੇ ਸਾਧ ਸੰਗਤ ਜੀ ਗਵਾਲੀਅਰ ਨੂੰ ਚਾਲੇ ਪਾ ਦਿੱਤੇ ਨੇ। ਪ੍ਰਭਾਤ ਫੇਰੀ ਦੇ ਰੂਪ ਵਿੱਚ ਸੰਗਤਾਂ ਜਾ ਰਹੀਆਂ ਨੇ ਤੇ ਸ਼ਬਦ ਗਾਉਂਦੀਆਂ ਨੇ। ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਭਾਵਨਾ ਨਾਲ ਯਾਦ ਕਰਦੀਆਂ ਨੇ। ਚੱਲ ਕੇ ਸਤਿਗੁਰਾਂ ਨੂੰ ਮਿਲ ਕੇ ਆਈਏ, ਸਮਾਂ ਬਹੁਤ ਹੋ ਗਿਆ। ਸੰਗਤਾਂ ਗਵਾਲੀਅਰ ਨੂੰ ਚਾਲੇ ਪਾਉਂਦੀਆਂ ਨੇ, ਬੜੇ ਪ੍ਰੇਮ ਦੇ ਨਾਲ ਸੰਗਤਾਂ ਤੁਰੀਆਂ ਆਉਂਦੀਆਂ ਨੇ। ਅੱਗੇ ਅੱਗੇ ਬਾਬਾ ਬੁੱਢਾ ਸਾਹਿਬ ਜੀ ਆਪਣੇ ਮੁਖ ਚੋਂ ਉਚਾਰਦੇ ਤੁਰੇ ਜਾ ਰਹੇ ਨੇ। ਆਓ ਸਾਰੇ ਪੜ੍ਹੀਏ ਪ੍ਰੇਮ ਦੇ ਨਾਲ। ਕਦੋਂ ਹੋਣਗੇ ਦੀਦਾਰੇ ਸੱਚੇ ਪਾਤਸ਼ਾਹ, ਅੱਖੀਆਂ ਨੇ ਤਰਸ ਦੀਆਂ। ਕਦੋਂ ਹੋਣਗੇ ਦੀਦਾਰੇ ਸੱਚੇ ਪਾਤਸ਼ਾਹ, ਅੱਖੀਆਂ ਨੇ ਤਰਸ ਦੀਆਂ। ਕਦੋਂ ਹੋਣਗੇ ਦੀਦਾਰੇ ਸੱਚੇ ਪਾਤਸ਼ਾਹ, ਅੱਖੀਆਂ ਨੇ ਤਰਸ ਦੀਆਂ। ਕਦੋਂ ਹੋਣਗੇ ਦੀਦਾਰੇ ਸੱਚੇ ਪਾਤਸ਼ਾਹ, ਅੱਖੀਆਂ ਨੇ ਤਰਸ ਦੀਆਂ। ਬੋਲੋ ਭੈਣ, ਹੋਣਗੇ ਗੱਜ ਕੇ ਭਾਈ। ਇਹ ਭਾਵਨਾ ਦੀ ਗੱਲ ਹੁੰਦੀ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਹੁੰਦਾ ਨਾ, ਉਹੀ ਉਹ ਸਤਿਗੁਰਾਂ ਨੂੰ ਇਸ ਤਰ੍ਹਾਂ ਯਾਦ ਕਰਦੇ ਨੇ। ਇਸ ਕਰਕੇ ਪ੍ਰੇਮ ਨਾਲ ਯਾਦ ਕਰੋ, ਗੱਜ ਕੇ ਪੜੋ, ਰਸਨਾ ਕਰੋ ਪਵਿੱਤਰ। ਸੱਚੇ ਪਾਤਸ਼ਾਹ, ਅੱਖੀਆਂ ਨੇ ਤਰਸ ਦੀਆਂ। ਕਦੋਂ ਹੋਣਗੇ ਦੀਦਾਰੇ ਸੱਚੇ ਪਾਤਸ਼ਾਹ, ਉਹ ਅੱਖੀਆਂ ਨੇ ਤਰਸ ਦੀਆਂ। ਕਦੋਂ ਹੋਣਗੇ ਦੀਦਾਰੇ ਮੇਰੇ ਪ੍ਰੀਤਮਾ, ਅੱਖੀਆਂ ਨੇ ਤਰਸ ਦੀਆਂ। ਕਦੋਂ ਹੋਣਗੇ ਦੀਦਾਰੇ ਮੇਰੇ ਪ੍ਰੀਤਮਾ, ਅੱਖੀਆਂ ਨੇ ਤਰਸ ਦੀਆਂ। ਕਦੋਂ ਹੋਣਗੇ ਦੀਦਾਰੇ ਸੱਚੇ ਪਾਤਸ਼ਾਹ, ਅੱਖੀਆਂ ਨੇ ਤਰਸ ਦੀਆਂ। ਕਦੋਂ ਹੋਣਗੇ ਦੀਦਾਰੇ ਮੇਰੇ ਪ੍ਰੀਤਮਾ, ਅੱਖੀਆਂ ਨੇ ਤਰਸ ਦੀਆਂ। ਮੇਰੇ ਪਿਆਰੇ ਜੀ ਅੱਖੀਆਂ ਨੇ ਤਰਸ ਦੀਆਂ। ਮੇਰੇ ਪਿਆਰੇ ਅੱਖੀਆਂ ਨੇ ਤਰਸ ਦੀਆਂ। ਪਿਆਰੇ ਅੱਖੀਆਂ ਨੇ ਤਰਸ ਦੀਆਂ। ਪਿਆਰਿਆ ਅੱਖੀਆਂ ਨੇ ਤਰਸ ਦੀਆਂ। ਪਿਆਰਿਆ
ਅੱਖੀਆਂ ਨੇ ਤਰਸ ਦੀਆਂ। ਕਦੋਂ ਹੋਣਗੇ ਦੀਦਾਰੇ ਤੇਰੇ ਪ੍ਰੀਤਮਾ, ਅੱਖੀਆਂ ਨੇ ਤਰਸ ਦੀਆਂ। ਕਦੋਂ ਹੋਣਗੇ ਦੀਦਾਰੇ ਤੇਰੇ ਪ੍ਰੀਤਮਾ, ਅੱਖੀਆਂ ਨੇ ਤਰਸ ਦੀਆਂ। ਦੀਦਾਰੇ ਮੇਰੇ ਪ੍ਰੀਤਮਾ, ਅੱਖੀਆਂ ਨੇ ਤਰਸ ਦੀਆਂ। ਕਦੋਂ ਹੋਣਗੇ ਦੀਦਾਰੇ ਮੇਰੇ ਪ੍ਰੀਤਮਾ, ਅੱਖੀਆਂ ਨੇ ਤਰਸ ਦੀਆਂ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਯਾਦ ਵਿੱਚ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਬੇਅੰਤ ਸੰਗਤਾਂ ਸਤਿਗੁਰ ਦੇ ਦੀਦਾਰਿਆਂ ਵਾਸਤੇ ਜਾ ਰਹੀਆਂ ਨੇ। ਸਤਿਗੁਰਾਂ ਦੇ ਦਰਸ਼ਨਾਂ ਦੀ ਤਾਂਘ ਹੈ, ਲੰਮਾ ਸਮਾਂ ਹੋ ਗਿਆ ਸਾਧ ਸੰਗਤ ਜੀ। ਰਾਮ ਜੋਗੀ ਕਿਉਂ ਜੀਐ ਜੀਐ ਤਾਂ ਬੋਰਾ ਹੋਏ। ਭਾਈ ਉਹਨਾਂ ਨੂੰ ਕਿੱਥੇ ਚੈਨ ਆਉਂਦਾ ਜਿਹੜੇ ਪਿਆਰੇ ਦੇ ਵਿਜੋਗ ਵਿੱਚ ਸਮਾਂ ਕੱਢਦੇ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਭਾਵਨਾ ਕਰਕੇ ਸਤਿਗੁਰਾਂ ਦੀ ਪ੍ਰੀਤ ਵਸਦੀ ਹੈ ਨਾ, ਉਹ ਸਤਿਗੁਰ ਦੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸਕਦੇ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਤੁਰੇ ਜਾ ਰਹੇ ਨੇ। ਦਿਨ ਰਾਤ ਤੁਰੇ ਜਾਂਦੇ ਨੇ ਸਾਧ ਸੰਗਤ ਜੀ। ਜੇ ਰਾਤ ਪੈ ਜਾਂਦੀ ਤਾਂ ਵੀ ਚੈਨ ਨਹੀਂ ਆਉਂਦਾ ਵੀ ਕਿਹੜਾ ਸਮਾਂ ਹੋਵੇ ਮੈਂ ਸਤਿਗੁਰਾਂ ਨੂੰ ਜਾ ਕੇ ਮਿਲੀਏ। ਤੇ ਸਾਧ ਸੰਗਤ ਜੀ ਨਾਲੇ ਵਿਜੋਗ ਦੇ ਵਿੱਚ ਜਾ ਰਹੇ ਨੇ, ਨਾਲੇ ਪ੍ਰੇਮ ਦੇ ਨਾਲ ਪੜਦੇ ਜਾਂਦੇ ਨੇ। ਉਹ ਚੱਲਿਆ ਨਾ ਜਾਵੇ ਸਾਥੋਂ ਪਿਆਰੇ ਦਾ ਵਿਛੋੜ, ਚੱਲਿਆ ਨਹੀਂ ਜਾਂਦਾ ਸਾਥ ਪਿਆਰੇ ਦਾ ਵਿਛੋੜਾ, ਚੱਲਿਆ ਨਾ ਜਾਂਦਾ ਸਾਥੋਂ ਪਿਆਰੇ ਦਾ ਵਿਛੋੜਾ। ਚੱਲਿਆ ਨਾ ਜਾਂਦਾ ਸਾਥੋਂ ਪਿਆਰੇ ਦਾ ਵਿਛੋੜਾ। ਚੱਲਿਆ ਨਹੀਂ ਜਾਂਦਾ ਪਿਆਰੇ ਦਾ ਵਿਛੋੜਾ। ਚੱਲਿਆ ਨਾ ਜਾਂਦਾ ਸਾਥੋਂ ਪਿਆਰੇ ਦਾ ਵਿਛੋੜਾ। ਚੱਲਿਆ ਨਹੀਂ ਜਾਂਦਾ ਸਾਥੋਂ ਪਿਆਰੇ ਦਾ ਵਿਛੋੜਾ, ਚੱਲਿਆ ਨਾ ਜਾਵੇ ਸਾਥੋਂ ਪਿਆਰੇ ਦਾ ਵਿਛੋੜਾ, ਚੱਲਿਆ ਨਾ ਜਾਵੇ ਸਾਥੋਂ ਪਿਆਰੇ ਦਾ ਵਿਛੋੜਾ। ਚੱਲਿਆ ਨਾ ਜਾਵੇ ਸਾਥੋਂ ਪਿਆਰੇ ਦਾ ਵਿਛੋੜਾ। ਚੱਲਿਆ ਨਾ ਜਾਵੇ ਸਾਥੋਂ ਪਿਆਰੇ ਦਾ ਵਿਛੋੜਾ। ਪਿਆਰੇ ਦਾ ਵਿਛੋੜਾ ਸਾਥੋਂ ਪਿਆਰੇ ਦਾ ਵਿਛੋੜਾ, ਪਿਆਰੇ ਦਾ ਵਿਛੋੜਾ ਸਾਥੋਂ ਪਿਆਰੇ ਦਾ ਵਿਛੋੜਾ, ਪਿਆਰੇ ਦਾ ਵਿਛੋੜਾ ਸਾਥੋਂ ਪਿਆਰੇ ਦਾ ਵਿਛੋੜਾ। ਪਿਆਰੇ ਦਾ ਵਿਛੋੜਾ ਸਾਥੋਂ ਪਿਆਰੇ ਦਾ ਵਿਛੋੜਾ। ਪਿਆਰੇ ਦਾ ਵਿਛੋੜਾ ਸਾਥੋਂ ਪਿਆਰੇ ਦਾ ਵਿਛੋੜਾ। ਚੱਲਿਆ ਨਾ ਜਾਵੇ ਸਾਥੋਂ ਪਿਆਰੇ ਦਾ ਵਿਛੋੜਾ, ਚੱਲਿਆ ਨਹੀਂ ਜਾਂਦਾ ਸਾਥੋਂ ਪਿਆਰੇ ਦਾ ਵਿਛੋੜਾ, ਚੱਲਿਆ ਨਾ ਜਾਵੇ ਸਾਥੋਂ ਪਿਆਰੇ ਦਾ ਵਿਛੋੜਾ। ਚੱਲਿਆ ਨਾ ਜਾਵੇ ਸਾਥੋਂ ਪਿਆਰੇ ਦਾ ਵਿਛੋੜਾ। ਚੱਲਿਆ ਨਾ ਜਾਵੇ ਸਾਥੋਂ ਪਿਆਰੇ ਦਾ ਵਿਛੋੜਾ। ਗਵਾਲੀਅਰ ਦੇ ਜਦੋਂ ਕਿਲੇ ਦੇ ਵਿੱਚ ਪਹੁੰਚੇ ਨਾ ਸਤਿਗੁਰੂ ਬਾਬਾ ਬੁੱਢਾ ਸਾਹਿਬ ਜੀ, ਤੇ ਸਾਧ ਸੰਗਤ ਦੀ ਜੇਲ੍ਹ ਦੇ ਦਰਵਾਜ਼ੇ ਬੰਦ ਨੇ। ਦਰਸ਼ਨਾਂ ਦੀ ਤਾਂਘ ਹੈ ਵੀ ਸਤਿਗੁਰਾਂ ਦੇ ਦਰਸ਼ਨ ਕਰਨੇ ਨੇ, ਪਰ ਭਾਵਨਾ ਵਾਲਿਆਂ ਨੂੰ ਦੀਦਾਰ ਵੀ ਹੁੰਦੇ ਨੇ। ਸੰਗਤਾਂ ਵਿਆਕਲ ਨੇ, ਕਹਿੰਦੇ ਜਦੋਂ ਉੱਥੇ ਸੰਗਤਾਂ ਪਹੁੰਚੀਆਂ ਨਾ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਵੇਖਿਆ ਵੀ ਸਤਿਗੁਰਾਂ ਨੂੰ ਮਿਲਣ ਦੀ ਸਖਤ ਮਨਾਹੀ ਹੈ।
ਉਸ ਵੇਲੇ ਸੰਗਤਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੇ ਕਹਿੰਦੇ ਭਾਈ ਉਸ ਜੇਲ੍ਹ ਦੀਆਂ ਕੰਧਾਂ ਦੇ ਨਾਲ ਆਪਣਾ ਮੱਥਾ ਲਾ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ। ਗੱਜ ਕੇ ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਸਤਿਗੁਰਾਂ ਨੂੰ ਸੀਸ ਨਿਵਾਉਂਦੇ ਨੇ ਤੇ ਅਰਦਾਸ ਕਰਦੇ ਨੇ ਸਤਿਗੁਰ ਦੇ ਚਰਨਾਂ ਵਿੱਚ। ਐ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਸਮਾਂ ਲਵੇਰਾ ਹੋ ਗਿਆ ਮਹਾਰਾਜ, ਦਰਸ਼ਨਾਂ ਦੀ ਤਾਂਘ ਵਿੱਚ ਆਏ ਆ ਸਤਿਗੁਰੂ ਜੀ, ਹੁਣ ਰਿਹਾ ਨਹੀਂ ਜਾਂਦਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿੰਦੇ, ਬਾਬਾ ਬੁੱਢਾ ਸਾਹਿਬ ਜੀਓ ਅਸੀਂ ਇੱਥੇ ਆਨੰਦ ਵਿੱਚ ਹਾਂ, ਇਕਾਂਤ ਵਿੱਚ ਹਾਂ, ਇੱਥੇ ਪਰਮਾਤਮਾ ਦਾ ਸਿਮਰਨ ਕਰ ਰਹੇ ਹਾਂ ਤੇ ਬਹੁਤ ਜ਼ਿਆਦਾ ਇੱਥੇ ਸੰਗਤਾਂ ਵੀ ਸਾਡੇ ਨਾਲ ਪਰਮਾਤਮਾ ਦੇ ਲੜ ਲੱਗੀਆਂ ਹੋਈਆਂ ਨੇ। ਗੱਜ ਕੇ ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਬਹੁਤ ਰਾਜੇ ਮਹਾਰਾਜੇ ਇੱਥੇ ਵਾਹਿਗੁਰੂ ਪਰਮਾਤਮਾ ਦਾ ਸਾਡੇ ਨਾਲ ਜਸ ਗਾਉਂਦੇ ਨੇ, ਸਾਨੂੰ ਕੋਈ ਤੰਗੀ ਨਹੀਂ। ਤੁਸੀਂ ਸੰਗਤਾਂ ਨੂੰ ਲੈ ਕੇ ਵਾਪਸ ਮੁੜੋ ਤੇ ਕੋਈ ਗੱਲ ਨਹੀਂ ਭਾਈ, ਅਸੀਂ ਵੀ ਆ ਜਾਵਾਂਗੇ। ਤੇ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਭਾਈ ਹੁਕਮ ਮੰਨਿਆ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੰਤਰ ਧਿਆਨ ਹੋ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਕੀਤੇ ਵਚਨ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਸੀਸ ਨਿਵਾਇਆ ਤੇ ਸੰਗਤਾਂ ਨੂੰ ਲੈ ਕੇ ਮੁੜੇ ਆਏ ਵਾਪਸ। ਦਰਸ਼ਨਾਂ ਦੀ ਤਾਂਘ ਵਿੱਚ ਨੇ ਕਿ ਸਤਿਗੁਰ ਜੀ ਆਉਣਗੇ। ਇਧਰ ਸਾਧ ਸੰਗਤ ਜੀ ਜਿਹੜੇ ਰਾਜੇ ਸੀ ਨਾ ਜੇਲ੍ਹ ਦੇ ਵਿੱਚ, ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰਦੇ, ਮਹਾਰਾਜ ਸੱਚੇ ਪਾਤਸ਼ਾਹ ਜੇ ਸਤਿਗੁਰ ਜੀ ਤੁਸੀਂ ਨਾ ਆਉਂਦੇ ਤੇ ਸ਼ਾਇਦ ਸਾਡੀ ਜੀਵਨ ਲੀਲਾ ਹੁਣ ਤੱਕ ਖਤਮ ਹੋ ਜਾਣੀ ਸੀ। ਜਹਾਂਗੀਰ ਨੇ ਸਾਨੂੰ ਮੌਤ ਦੇ ਘਾਟ ਉਤਾਰ ਦੇਣਾ ਸੀ। ਮਹਾਰਾਜ ਕਿਰਪਾ ਕਰੋ, ਤੁਹਾਡੇ ਚਰਨਾਂ ਵਿੱਚ ਬੜਾ ਸੁੱਖ ਹੈ, ਕਿਰਪਾ ਕਰਕੇ ਸਤਿਗੁਰ ਜੀ ਸਾਨੂੰ ਸ਼ਰਨ ਦੇ ਵਿੱਚ ਹੀ ਰੱਖਿਓ। ਇਸ ਤਰ੍ਹਾਂ ਸਾਧ ਸੰਗਤ ਜੀ ਸਮਾਂ ਬੀਤਿਆ। ਅਚਾਨਕ ਜਹਾਂਗੀਰ ਦੀ ਜਿਹੜੀ ਸਿਹਤ ਸੀ ਨਾ, ਤਬੀਅਤ ਖਰਾਬ ਹੋ ਗਈ, ਮੰਜੇ ਤੇ ਪੈ ਗਿਆ। ਬੜਾ ਇਲਾਜ ਕਰਾਇਆ ਭਾਈ ਇਹਨੇ, ਠੀਕ ਨਹੀਂ ਹੁੰਦਾ। ਕਹਿੰਦੇ ਕਿ ਨਜੂਮੀਏ ਨੇ ਫਕੀਰ ਨੇ ਆ ਕੇ ਦੱਸਿਆ, ਕਹਿਣ ਲੱਗੇ ਜਹਾਂਗੀਰ ਤੂੰ ਕਿੱਥੋਂ ਠੀਕ ਹੋ ਸਕਦਾ ਹੈ, ਤੂੰ ਨਹੀਂ ਠੀਕ ਹੋ ਸਕਦਾ। ਉਹ ਕਹਿਣ ਲੱਗਾ ਵੀ ਕੀ ਗੱਲ ਹੋ ਗਈ। ਕਹਿੰਦੇ ਵੀ ਤੇਰੇ ਤਨ ਨੂੰ ਕੋਈ ਦਵਾ ਨਹੀਂ ਜੇ ਲੱਗਣੀ, ਕੋਈ ਦਵਾਈ ਕੰਮ ਨਹੀਂ ਕਰਦੀ, ਦਵਾਈ ਕੰਮ ਕਰ ਸਕਦੀ ਹੈ ਜੇ ਪਰਮਾਤਮਾ ਦੇ ਅੱਗੇ ਬੇਨਤੀ ਕਰੇ। ਰਹੀ ਗੱਲ ਕਹਿੰਦੇ ਤੇਰੇ ਠੀਕ ਹੋਣ ਦੀ, ਕਹਿੰਦੇ ਖੁਦਾ ਅੱਗੇ ਬੇਨਤੀ ਕਰੋ। ਉਹ ਕਹਿਣ ਲੱਗਾ ਕਿਹੜੇ ਖੁਦਾ ਦੇ ਅੱਗੇ ਬੇਨਤੀ ਕਰੀਏ, ਰੱਬ ਨੂੰ ਤੇ ਜੇਲ੍ਹ ਵਿੱਚ ਢੱਕੀ ਬੈਠਾ। ਗੱਜ ਕੇ ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਉਹ ਖੁਦਾ ਤੇਰੇ ਅੰਦਰ ਬੈਠਾ ਹੈ, ਉਹਨੂੰ ਛੱਡ ਦੇ, ਤੂੰ ਠੀਕ ਹੋ ਜਾਵੇਂਗਾ। ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ। ਰੱਬ ਦਿਆਂ ਬੰਦਿਆਂ ਨਾਲ ਕਹਿੰਦੇ ਵੈਰ ਕਮਾਉਣਾ ਤੇ ਸੁੱਖ ਭਾਲਦਾ ਕਹਿੰਦੇ ਤੂੰ। ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਅੰਦਰ ਢੱਕੀ ਬੈਠਾ, ਤੂੰ ਦੁਖੀ ਹੋਣਾ ਕਹਿੰਦੇ। ਕਹਿਣ ਲੱਗਾ ਉਹ ਭੁੱਲ ਹੋ ਗਈ, ਥੋੜੇ ਸਮੇਂ ਵਾਸਤੇ ਕੈਦ ਕੀਤਾ ਸੀ, ਪਰ ਮਨ ਲਾਲਚੀ ਹੋ ਗਿਆ ਵੀ ਕਿਤੇ ਬਾਹਰ ਜਾ ਕੇ ਮੇਰਾ ਰਾਜ ਭਾਗ ਨਾ ਖੁੱਸ ਜਾਵੇ, ਲੈ ਨਾ ਜਾਣ। ਠੀਕ ਹੈ ਕਹਿੰਦੇ ਹੁਕਮ ਕਰਦੇ ਆ। ਸਾਧ ਸੰਗਤ ਜੀ ਇੱਕ ਰਾਜਾ ਪਰਜਾ ਨੂੰ ਬੜਾ ਦੁੱਖ ਦਿੰਦਾ ਸੀ। ਹਰ ਇੱਕ ਰਾਜੇ ਦੇ ਰਾਜ ਵਿੱਚ ਦੁਖੀ ਹੈ, ਬੜੇ ਦੁਖੀ ਨੇ ਲੋਕ ਰਾਜੇ ਦੇ ਰਾਜ ਵਿੱਚ। ਤਰ੍ਹਾਂ ਤਰ੍ਹਾਂ ਕਰਦੇ ਨੇ, ਸਾਰੇ ਹੱਥ ਚੁੱਕ ਚੁੱਕ ਕੇ ਰਾਜੇ ਨੂੰ ਬਦ ਦੁਆਵਾਂ ਦਿੰਦੇ ਨੇ ਕਿ ਇਹਦੇ ਨਾਲ ਤੇ ਹੁੰਦਾ ਤੂੰ ਨਾ ਹੀ ਹੁੰਦਾ ਚੰਗਾ ਸੀ। ਜਿਸ ਦੇਸ਼ ਦਾ ਰਾਜਾ ਸਾਧ ਸੰਗਤ ਜੀ
ਨਿਰਦਈ ਹੋ ਜਾਵੇ ਨਾ, ਉਹ ਦੇਸ਼ ਨੂੰ ਤਬਾਹ ਕਰ ਦਿੰਦਾ ਹੈ। ਤੇ ਤਰਾ ਤਰਾ ਕਰਕੇ ਲੋਕ ਬਦ ਦੁਆਵਾਂ ਦਿੰਦੇ ਨੇ ਰਾਜੇ ਨੂੰ। ਕੀ ਹੋਇਆ, ਇੱਕ ਦਿਨ ਰਾਜੇ ਦਾ ਪੁੱਤਰ, ਇੱਕੋ ਇੱਕ ਪੁੱਤਰ ਸੀ, ਉਹ ਬਿਮਾਰ ਹੋ ਗਿਆ, ਮੰਜੇ ਤੇ ਪੈ ਗਿਆ। ਬੜੇ ਹਕੀਮ ਬੁਲਾਏ, ਬੜਾ ਇਲਾਜ ਕਰਾਇਆ, ਸਭ ਨੇ ਹੱਥ ਖੜੇ ਕਰ ਦਿੱਤੇ। ਕਹਿਣਗੇ ਰਾਜਨ, ਤੇਰਾ ਪੁੱਤਰ ਨਹੀਂ ਬਚ ਸਕਦਾ, ਇਹਨੇ ਮਰ ਜਾਣਾ। ਕਹਿਣਗਾ ਕੋਈ ਤੇ ਕੋਈ ਹੱਲ ਹੋ ਸਕਦਾ ਹੈ। ਮੈਂ ਸਾਰਾ ਧਨ ਪਦਾਰਥ, ਆਪਣੀ ਜਾਇਦਾਦ, ਆਪਣੀ ਕਮਾਈ ਆਪਣੇ ਪੁੱਤਰ ਦੇ ਉੱਤੇ ਲਾ ਦੇਵਾਂਗਾ, ਕੋਈ ਤੇ ਬਚਾਵੋ। ਕਹਿਣ ਲੱਗੇ ਰਾਜਨ, ਇਹਨੂੰ ਹੁਣ ਕੋਈ ਦਵਾਈ ਕੰਮ ਨਹੀਂ ਕਰਦੀ। ਕਹਿਣ ਲੱਗੇ ਫਿਰ? ਕਹਿਣ ਲੱਗੇ ਇੱਕ ਹੱਲ ਹੈ। ਕਹਿਣ ਲੱਗਾ ਦੱਸੋ? ਕਹਿਣ ਲੱਗੇ ਦੁਆ ਕੰਮ ਕਰ ਸਕਦੀ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਾਹਿਬ ਸੇਤੀ ਹੁਕਮ ਨਾ ਚੱਲੈ, ਕਹੀ ਬਣੇ ਅਰਦਾਸ। ਅਰਦਾਸ ਵੇਖੋ ਕੈਸੀ ਬਣੀ ਹੈ, ਹੁਕਮ ਨਹੀਂ ਚੱਲਦਾ ਇਹਦੇ ਮੂਹਰੇ। ਜੇ ਬੰਦਾ ਕਵੇ ਨਾ ਵੀ ਉੱਚਾ ਹੋ ਕੇ ਆ ਕੇ ਮੈਂ ਹੁਕਮ ਕਰਾਂ, ਇੱਥੇ ਨਹੀਂ ਚੱਲਦਾ। ਇੱਥੇ ਬੇਨਤੀ ਪ੍ਰਵਾਨ ਹੁੰਦੀ। ਕਹਿੰਦੇ ਰਾਜਨ, ਜੇ ਕੋਈ ਰੱਬ ਦਾ ਬੰਦਾ, ਸੰਤ, ਫਕੀਰ ਤੇਰੀ ਦੁਆ ਕਰੇ ਨਾ, ਤੇ ਤੇਰਾ ਪੁੱਤਰ ਬਚ ਸਕਦਾ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਹਿਣ ਲੱਗਾ ਵੀ ਲੱਭੋ ਫਿਰ। ਰਾਜੇ ਨੇ ਆਪਣੇ ਅਹਿਲਕਾਰਾਂ ਨੂੰ ਭੇਜਿਆ ਵੀ ਕੋਈ ਸੰਤ ਫਕੀਰ ਲੱਭਣਾ, ਰੱਬ ਦਾ ਬੰਦਾ ਲੱਭਿਓ ਜਿਹੜਾ ਬੰਦਗੀ ਕਰਦਾ ਹੋਵੇ। ਰੱਬ ਦੇ ਬੰਦਿਆਂ ਨੂੰ ਲੱਭਣਾ ਕਿਤੇ ਖੇਡ ਥੋੜੀ ਹੈ। ਜਿਹੜਾ ਹਰ ਸਮੇਂ ਪਰਮਾਤਮਾ ਦੀ ਯਾਦ ਦੇ ਵਿੱਚ ਰਹਿੰਦਾ ਹੋਵੇ। ਲੱਭਦੇ ਨਗਰਾਂ ਵਿੱਚ ਘੁੰਮਦੇ ਨੇ ਸਿਪਾਹੀ, ਪੁੱਛਦੇ ਨੇ ਭਾਈ ਕੋਈ ਰੱਬ ਦਾ ਬੰਦਾ ਫਕੀਰ। ਇੱਕ ਜਗ੍ਹਾ ਤੇ ਗਏ, ਦੱਸਣਾ ਕੀਤਾ, ਕਹਿਣਗੇ ਹਾਂ ਭਾਈ ਇੱਕ ਹੈ ਫਕੀਰ, ਰੱਬ ਦਾ ਬੰਦਾ ਹੈ। ਜੇ ਉਹ ਦੁਆ ਕਰ ਦੇਵੇ ਨਾ, ਤੇ ਰੱਬ ਦੇ ਘਰ ਵਿੱਚ ਸੁਣੀ ਜਾਂਦੀ ਹੈ ਉਹਦੀ ਦੁਆ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਿਪਾਹੀਆਂ ਨੇ ਜਾ ਕੇ ਕਹਿਣਾ ਕੀਤਾ, ਕਹਿਣ ਲੱਗੇ ਫਕੀਰ ਜੀ, ਸੰਤ ਜੀ, ਤੁਹਾਨੂੰ ਰਾਜੇ ਨੇ ਬੁਲਾਇਆ। ਕਹਿੰਦਾ ਕਿ ਕਾਹਤੇ ਭਾਈ, ਕਿਉਂ ਬੁਲਾਇਆ ਮੈਨੂੰ ਰਾਜੇ ਨੇ? ਮੈਂ ਕਿਉਂ ਜਾਵਾਂ? ਮੈਨੂੰ ਤਾਂ ਕੋਈ ਰਾਜੇ ਨਾਲ ਕੰਮ ਨਹੀਂ ਹੈ, ਮੈਂ ਕੁਝ ਨਹੀਂ ਲੈਣਾ ਰਾਜੇ ਤੋਂ। ਕਹਿਣ ਲੱਗੇ ਨਹੀਂ, ਰਾਜੇ ਨੇ ਬੁਲਾਇਆ, ਤੈਨੂੰ ਜਾਣਾ ਪੈਣਾ, ਹੁਕਮ ਹੈ। ਕਹਿੰਦਾ ਮੈਂ ਨਹੀਂ ਜਾਣਾ। ਜੇ ਰਾਜੇ ਨੂੰ ਮੇਰੇ ਤੱਕ ਕੰਮ ਹੈ, ਉਹਨੂੰ ਕਹੇ ਆਪ ਚੱਲ ਕੇ ਆ ਜਾ, ਵੀ ਮੈਂ ਨਹੀਂ ਆਉਣਾ। ਮੇਰਾ ਤੇ ਰਾਜਾ ਪਰਮਾਤਮਾ ਵਾਹਿਗੁਰੂ ਭਗਵਾਨ ਖੁਦਾ ਹੈ। ਦੱਸਣਾ ਕੀਤਾ, ਉਹਨਾਂ ਨੇ ਸਾਰੀ ਵਾਰਤਾ ਦੱਸੀ। ਕਹਿਣ ਲੱਗੇ ਵੀ ਠੀਕ ਹੈ ਚਲੋ। ਰਾਜਾ ਲੈ ਕੇ ਤੁਰ ਪਿਆ, ਆਪਣੇ ਪੁੱਤਰ ਨੂੰ ਨਾਲ ਲੈ ਲਿਆ। ਬੜੀਆਂ ਉਹਦੇ ਨਾਲ ਅਹਿਲਕਾਰ ਸਿਪਾਹੀ ਤੁਰੇ ਆਉਂਦੇ ਨੇ, ਪਹੁੰਚ ਗਏ। ਹੱਥ ਜੋੜ ਕੇ ਖੜਾ ਰਾਜਾ। ਫਕੀਰ ਕਹਿੰਦਾ ਰਾਜਾ ਕਹਿੰਦਾ ਫਕੀਰ ਜੀ, ਐ ਸੰਤ ਜੀ ਕਿਰਪਾ ਕਰੋ, ਮੇਰਾ ਪੁੱਤਰ ਚੰਦ ਦਿਨਾਂ ਦਾ ਮਹਿਮਾਨ ਹੈ, ਕਿਰਪਾ ਕਰਕੇ ਇਹਦੇ ਤੇ ਕਿਰਪਾ ਕਰ ਦਿਓ, ਦੁਆ ਕਰ ਦਿਓ, ਠੀਕ ਹੋ ਜਾਵੇ। ਧਿਆਨ ਦਿਓ ਸਾਧ ਸੰਗਤ ਜੀ। ਕਹਿਣ ਲੱਗਾ ਰਾਜਨ, ਮੇਰੇ ਤੇ ਹੱਥ ਹੀ ਦੋ ਨੇ, ਮੈਂ ਇਹਨਾਂ ਦੋਵਾਂ ਹੱਥਾਂ ਨਾਲ ਦੁਆ ਕਿਵੇਂ ਕਰਾਂ? ਰਾਜਾ ਕਹਿੰਦਾ ਜੀ ਮੈਂ ਸਮਝਿਆ ਨਹੀਂ, ਦੋਵਾਂ ਹੱਥਾਂ ਨਾਲ ਤੇ ਦੁਆ ਹੁੰਦੀ ਏ। ਕਹਿਣ ਲੱਗਾ ਮੇਰੇ ਹੱਥ ਦੋ ਨੇ, ਮੇਰੇ ਹੱਥਾਂ ਨਾਲ ਦੁਆ ਕੀਤੀ ਪ੍ਰਵਾਨ ਨਹੀਂ ਹੋਣੀ। ਜਿੰਨੇ ਹੱਥ ਵੱਡੇ ਨੇ ਨਾ, ਜਿੰਨਿਆਂ ਦੇ ਘਰ ਉਜਾੜੇ ਨੇ, ਲੱਖਾਂ ਹੀ ਹੱਥ ਤੇਰੀ ਸ਼ੋਭਾ ਵਿੱਚ, ਤੇਰੀ ਦੁਆ ਵਿੱਚ ਉੱਠਣ, ਤਾਂ ਜਾ ਕੇ ਕਿਤੇ ਸ਼ਾਇਦ ਖੁਦਾ ਦੇ ਘਰ ਵਿੱਚ ਤੇਰੀ ਅਰਦਾਸ ਪ੍ਰਵਾਨ ਹੋ ਸਕਦੀ ਹੈ। ਮੇਰੇ ਦੋਵਾਂ ਹੱਥਾਂ ਨਾਲ ਗੱਲ ਨਹੀਂ ਬਣਨੀ। ਤੇ ਸਤ ਸੰਗਤ ਮਿਲ ਕੇ ਅਰਦਾਸ ਕਰੇ। ਜਿੰਨਿਆਂ ਨੂੰ ਤਰਾ ਤੂੰ ਦੁਖੀ ਕੀਤਾ ਏ, ਜੇ ਉਹ ਤੇਰੀ ਦੁਆ ਕਰਨ, ਜੇ ਸਭ ਦੇ ਹੱਥ ਤੇਰੀ ਦੁਆ ਵਿੱਚ ਉੱਠ ਗਏ, ਤੇ ਰਾਜਾ ਰੱਬ ਦੇ ਘਰ ਦੇ ਵਿੱਚ ਅੰਧੇਰ ਨਹੀਂ ਹੈ। ਦੇਰ ਤੇ ਜ਼ਰੂਰ ਲੱਗਦੀ ਹੈ, ਪਰ ਸਮਾਂ ਲੱਗੇਗਾ।
ਪਰ ਕੀਤੀ ਅਰਦਾਸ ਵਿਅਰਥ ਨਹੀਂ ਜਾਂਦੀ। ਰਾਜੇ ਨੇ ਆਪਣਾ ਰੁਖ ਬਦਲਿਆ, ਪ੍ਰਜਾ ਨੂੰ ਸੁੱਖ ਦੇਣਾ ਸ਼ੁਰੂ ਕਰ ਦਿੱਤਾ। ਜਦੋਂ ਪ੍ਰਜਾ ਸੁਖੀ ਹੋਣ ਲੱਗੀ, ਹਰ ਇੱਕ ਪ੍ਰਾਣੀ ਆਪਣੇ ਹੱਥ ਜੋੜ ਕੇ ਰਾਜੇ ਦੀ ਦੁਆ ਕਰਦਾ ਹੈ ਤੇ ਰਾਜੇ ਦਾ ਪੁੱਤਰ ਠੀਕ ਹੋ ਗਿਆ। ਗੱਜ ਕੇ ਆਖੋ ਸਤਨਾਮ। ਸ਼੍ਰੀ ਵਾਹਿਗੁਰੂ। ਜੇ ਰੱਬ ਦੇ ਬੰਦਿਆਂ ਨੂੰ ਖੁਸ਼ ਕਰੀਏ, ਜੇ ਕਿਸੇ ਦਾ ਦਿਲ ਨਾ ਦੁਖਾਈਏ ਭਾਈ, ਤੇ ਪਰਮਾਤਮਾ ਦੇ ਚਰਨਾਂ ਵਿੱਚ ਕੀਤੀ ਅਰਦਾਸ ਸੰਗਤ ਦੀ ਕਦੇ ਵਿਅਰਥ ਨਹੀਂ ਜਾਂਦੀ। ਜਹਾਂਗੀਰ ਤੂੰ ਸੁੱਖ ਭਾਲਦਾ, ਰੱਬ ਨੂੰ ਅੰਦਰ ਢੱਕੀ ਬੈਠਾ। ਉਸ ਵੇਲੇ ਫਿਰ ਜਹਾਂਗੀਰ ਨੇ ਹੁਕਮ ਕੀਤਾ, ਕਹਿਣ ਲੱਗੇ ਛੱਡ ਦੇਵੋ, ਸਤਿਗੁਰਾਂ ਨੂੰ ਕਹਿ ਦੋ ਵੀ ਤੁਸੀਂ ਚਲੇ ਜਾਓ, ਮਹਾਰਾਜ ਮੇਰੇ ਤੋਂ ਭੁੱਲ ਹੋ ਗਈ। ਜਹਾਂਗੀਰ ਸਾਧ ਸੰਗਤ ਜੀ ਹੁਕਮਨਾਮਾ ਸਤਿਗੁਰਾਂ ਨੂੰ ਦਿੱਤਾ ਗਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜਦੋਂ ਹੁਕਮਨਾਮਾ ਦਿੱਤਾ ਨਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਸਿਪਾਹੀਆਂ ਨੇ ਕਹਿਣਾ ਕੀਤਾ ਕਿ ਸਤਿਗੁਰ ਜੀ, ਜਹਾਂਗੀਰ ਦਾ ਹੁਕਮ ਹੈ ਵੀ ਤੁਸੀਂ ਹੁਣ ਰਿਹਾ ਹੋ, ਆਪ ਜੀ ਜਾ ਸਕਦੇ ਹੋ। ਜਦੋਂ ਸਤਿਗੁਰਾਂ ਦੇ ਜਾਣ ਦੀ ਖਬਰ ਨਾਲ ਬੈਠੇ ਰਾਜਿਆਂ ਨੇ ਸੁਣੀ ਨਾ, ਚਰਨਾਂ ਤੇ ਟਹਿ ਪਿਆ। ਸਤਿਗੁਰੂ ਸੱਚੇ ਪਾਤਸ਼ਾਹ ਜੇ ਤੁਸੀਂ ਚਲੇ ਗਏ, ਸਾਡੀ ਜ਼ਿੰਦਗੀ ਨਰਕ ਬਣ ਜਾਣੀ ਹੈ, ਮਹਾਰਾਜ ਕਿਰਪਾ ਕਰੋ ਸਾਨੂੰ ਛੱਡ ਕੇ ਨਾ ਜਾਇਓ। ਸੱਚੇ ਪਾਤਸ਼ਾਹ ਬੇਨਤੀਆਂ ਨੇ, ਤੁਹਾਡੇ ਚਰਨਾਂ ਵਿੱਚ ਰਹਿ ਕੇ ਸੁੱਖ ਬੜਾ ਮਿਲਿਆ। ਸਤਿਗੁਰ ਜੀ ਕਿਰਪਾ ਬੇਨਤੀ ਪ੍ਰਵਾਨ ਕਰੋ। ਰਾਜੇ ਸਤਿਗੁਰਾਂ ਨੂੰ ਕਹਿ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣਗੇ ਭਾਈ ਠੀਕ ਹੈ, ਜਾ ਕੇ ਜਹਾਂਗੀਰ ਨੂੰ ਕਹਿ ਦਿਓ ਜੇ ਜਾਵਾਂਗੇ ਤੇ ਸਭ ਨੂੰ ਨਾਲ ਲੈ ਕੇ ਜਾਵਾਂਗੇ। ਗੱਜ ਕੇ ਆਖੋ ਸਤਨਾਮ। ਸ਼੍ਰੀ ਵਾਹਿਗੁਰੂ। ਇਕੱਲੇ ਨਹੀਂ ਜਾਵਾਂਗੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦੇ ਨੇ ਸਾਰੇ ਰਾਜੇ, ਮਹਾਰਾਜ ਸਾਨੂੰ ਛੱਡ ਨਾ ਜਾਇਓ, ਕਿਰਪਾ ਕਰੋ। ਆਪਾਂ ਵੀ ਬੇਨਤੀ ਕਰੀਏ, ਸਤਿਗੁਰ ਜੀ ਅਸੀਂ ਖੱਤੇ ਬਹੁਤ ਕਮਾਉਂਦੇ, ਕਿਛ ਅੰਤ ਨਾ ਪਾਰਾਵਾਰ। ਲੇਖੈ ਕਤੈ ਨ ਛੂਟੀਐ, ਖਿਨ ਖਿਨ ਫੂਲਨ ਹਾਰ। ਸਤਿਗੁਰ ਜੀ ਸਾਡੇ ਔਗਣ ਬਖਸ਼ੇ ਨਹੀਂ ਜਾਣੇ। ਸਤਿਗੁਰ ਜੀ ਸਾਨੂੰ ਆਪਣੇ ਚਰਨਾਂ ਦੇ ਨਾਲ ਹੀ ਜੋੜ ਕੇ ਰੱਖਿਓ। ਗੱਜ ਕੇ ਆਖੋ ਸਤਨਾਮ। ਸ਼੍ਰੀ ਵਾਹਿਗੁਰੂ। ਰਾਜੇ ਬੇਨਤੀਆਂ ਕਰਦੇ ਨੇ ਤੇ ਆਪਾਂ ਵੀ ਸਾਰੇ ਕਰੀਏ ਬੇਨਤੀ। ਬੰਧਨ ਕੱਟ ਦਿਓ ਗੁਰੂ ਜੀ ਸਾਰੇ, ਉਹ ਬੰਦੀ ਛੋੜ ਤੇਰਾ ਨਾਮ। ਬੰਧਨ ਕੱਟ ਦਿਓ ਗੁਰੂ ਜੀ ਸਾਰੇ, ਬੰਦੀ ਛੋੜ ਤੇਰਾ ਨਾਮ। ਬੰਧਨ ਕੱਟ ਦਿਓ ਗੁਰੂ ਜੀ ਸਾਰੇ, ਬੰਦੀ ਛੋੜ ਤੇਰਾ ਨਾਮ ਹੈ। ਬੰਧਨ ਕੱਟ ਦਿਓ ਗੁਰੂ ਜੀ ਸਾਰੇ, ਬੰਦੀ ਛੋੜ ਤੇਰਾ ਨਾਮ ਹੈ। ਕਰੋ ਕਿਰਪਾ ਗੁਰੂ ਜੀ, ਬੰਦੀ ਛੋੜ। ਵਾਹ ਜੀ ਵਾਹ। ਬੰਧਨ ਕੱਟ ਦਿਓ ਗੁਰੂ ਜੀ ਸਾਰੇ, ਬੰਦੀ ਛੋੜ ਤੇਰਾ ਨਾਮ ਹੈ। ਬੰਦੀ ਛੋੜ ਜੀ ਤੇਰਾ ਨਾਮ ਹੈ, ਬੰਦੀ ਛੋੜ ਜੀ ਤੇਰਾ ਨਾਮ ਹੈ। ਬੰਦੀ ਛੋੜ ਜੀ ਤੇਰਾ ਨਾਮ ਹੈ। ਉਹ ਬੰਦੀ ਛੋੜ ਜੀ ਤੇਰਾ ਨਾਮ ਹੈ। ਤੇਰਾ ਨਾਮ ਹੈ। ਬੰਦੀ ਛੋੜ ਜੀ ਤੇਰਾ ਨਾਮ ਹੈ। ਲੜ ਲੱਗੇ ਆ ਗੁਰੂ ਜੀ ਤੇਰੇ, ਹੋਰ ਨਾ ਸਹਾਰਾ ਪਾਤਸ਼ਾਹ। ਲੜ ਲੱਗੇ ਆ ਗੁਰੂ ਜੀ ਤੇਰੇ, ਹੋਰ ਨਾ ਸਹਾਰਾ ਪਾਤਸ਼ਾਹ। ਲੜ ਲੱਗੇ ਹਾਂ ਗੁਰੂ ਜੀ ਤੇਰੇ, ਹੋਰ ਨਾ ਸਹਾਰਾ ਪਾਤਸ਼ਾਹ। ਲੜ ਲੱਗੇ ਹਾਂ ਗੁਰੂ ਜੀ ਤੇਰੇ, ਹੋਰ ਨਾ ਸਹਾਰਾ ਪਾਤਸ਼ਾਹ। ਤੇਰੇ ਹੋਰ ਨਾ ਸਹਾਰਾ। ਲੜ ਲੱਗੇ ਹਾਂ ਗੁਰੂ ਜੀ ਤੇਰੇ, ਹੋਰ ਨਾ ਸਹਾਰਾ ਪਾਤਸ਼ਾਹ। ਸਤਿਗੁਰ ਸੱਚੇ ਪਾਤਸ਼ਾਹ
ਰਾਜੇ ਬੇਨਤੀਆਂ ਕਰਦੇ ਨੇ, ਮਹਾਰਾਜ ਛੱਡ ਕੇ ਨਾ ਜਾਇਓ। ਸਤਿਗੁਰ ਜੀ ਤੁਹਾਡੇ ਤੋਂ ਬਿਨਾ ਹੁਣ ਜ਼ਿੰਦਗੀ ਸਾਡੀ ਅਧੂਰੀ ਹੈ, ਨਰਕ ਬਣ ਜਾਵੇਗੀ। ਜਹਾਂਗੀਰ ਬਖਸ਼ੇਗਾ ਨਹੀਂ, ਕਿਰਪਾ ਕਰਕੇ ਸਤਿਗੁਰ ਜੀ ਸਾਨੂੰ ਨਾਲ ਹੀ ਲੈ ਲਓ। ਅਸੀਂ ਤੁਹਾਡੇ ਲੜ ਲੱਗੇ ਆ ਸਤਿਗੁਰ ਜੀ। ਸਾਧ ਸੰਗਤ ਜੀ, ਜਦੋਂ ਬੰਦੇ ਤੇ ਵਿਪਤਾ ਪੈਂਦੀ ਹੈ ਨਾ, ਜਦੋਂ ਔਖੀ ਘੜੀ ਆਣ ਬਣਦੀ ਹੈ ਨਾ, ਫਿਰ ਬੰਦਾ ਸਤਿਗੁਰਾਂ ਦਾ ਸਹਾਰਾ ਲੱਭਦਾ। ਫਿਰ ਸਤਿਗੁਰਾਂ ਤੋਂ ਬਿਨਾ ਭਾਈ ਕੋਈ ਆਸਰਾ ਨਹੀਂ ਜੇ ਦਿੰਦਾ, ਕਿਸੇ ਨੇ ਸਹਾਰਾ ਨਹੀਂ ਜੇ ਦੇਣਾ। ਫਿਰ ਇਹ ਬੇਨਤੀਆਂ ਕਰਦੇ ਹੁੰਨੇ ਆ, ਸਗਲ ਦਵਾਰ ਕੋ ਛੱਡ ਕੇ ਗਇਓ ਤੁਹਾਰੋ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸਤਿਗੁਰੂ ਲਾਜ ਰੱਖ ਲੈ, ਤੇਰੇ ਦਾਸ ਬਣੇ ਹੋ। ਤੇ ਫਿਰ ਸਾਰੇ ਬੇਨਤੀਆਂ ਕਰਦੇ ਨੇ। ਅੱਜ ਵਿਪਤਾ ਪਈ ਹੈ ਰਾਜਿਆਂ ਦੇ, ਅੱਜ ਸਤਿਗੁਰੂ ਚੱਲੇ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀਆਂ ਕਰਦੇ ਨੇ। ਤੇ ਫਿਰ ਉਸ ਵੇਲੇ ਸਾਧ ਸੰਗਤ ਜੀ, ਫਿਰ ਆਪਾਂ ਵੀ ਇਹ ਬੇਨਤੀਆਂ ਕਰਦੇ ਹੁੰਨੇ ਆ ਸਾਰੇ, ਜਦੋਂ ਵਿਪਤਾ ਪੈਂਦੀ ਹੈ। ਬਿਨਾ ਗੁਰਾਂ ਨਾ ਸਹਾਰਾ ਮਿਲਦਾ, ਉਹ ਔਖੀ ਘੜੀ ਜਦੋਂ ਬਣਦੀ। ਬਿਨਾ ਗੁਰਾਂ ਨਾ ਸਹਾਰਾ ਮਿਲਦਾ, ਔਖੀ ਘੜੀ ਜਦੋਂ ਬਣਦੇ। ਬਿਨਾ ਗੁਰਾਂ ਨਾ ਸਹਾਰਾ ਮਿਲਦਾ, ਔਖੀ ਘੜੀ ਜਦੋਂ ਬਣਦੀ। ਸਹਾਰਾ ਮਿਲਦਾ, ਔਖੀ ਘੜੀ ਜਦੋਂ ਬਣਦੀ। ਬਿਨਾ ਗੁਰਾਂ ਨਾ ਸਹਾਰਾ ਮਿਲਦਾ। ਬਿਨਾ ਗੁਰਾਂ ਨਾ ਸਹਾਰਾ ਬਣਦਾ, ਔਖੀ ਘੜੀ ਜਦੋਂ ਬਣਦੀ। ਮੇਰੇ ਪਿਆਰੇ ਔਖੀ ਘੜੀ ਜਦੋਂ ਬਣਦੀ, ਪਿਆਰੇ ਜੀ ਔਖੀ ਘੜੀ ਜਦੋਂ ਬਣਦੇ। ਮੇਰੇ ਪਿਆਰੇ ਔਖੀ ਘੜੀ ਜਦੋਂ ਬਣਦੀ। ਪਿਆਰੇ ਜੀ ਔਖੀ ਘੜੀ ਜਦੋਂ ਬਣਦੀ। ਪਿਆਰੇ ਜੀ ਔਖੀ ਘੜੀ ਜਦੋਂ ਬਣਦੀ। ਬਿਨਾ ਗੁਰਾਂ ਨਾ ਸਹਾਰਾ ਮਿਲਦਾ, ਔਖੀ ਘੜੀ ਜਦੋਂ ਬਣਦੀ। ਬਿਨਾ ਗੁਰਾਂ ਨਾ ਸਹਾਰਾ ਮਿਲਦਾ। ਔਖੀ ਘੜੀ ਜਦੋਂ ਬਣਦੀ। ਸਹਾਰਾ ਮਿਲਦਾ, ਔਖੀ ਘੜੀ ਜਦੋਂ ਬਣਦੀ। ਬਿਨਾ ਗੁਰਾਂ ਨਾ ਸਹਾਰਾ ਮਿਲਦਾ, ਔਖੀ ਘੜੀ ਜਦੋਂ ਬਣਦੀ। ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਧ ਸੰਭਾਲੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੇਨਤੀ ਪ੍ਰਵਾਨ ਕੀਤੀ। ਉਸ ਵੇਲੇ 52 ਕਲੀਆਂ ਵਾਲਾ ਜਾਮਾ ਸਤਿਗੁਰਾਂ ਨੇ ਤਿਆਰ ਕਰਵਾਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਲਓ ਸਾਰੇ ਇਹਨਾਂ ਕਲੀਆਂ ਨੂੰ ਪਕੜ ਲਓ। ਤੇ ਕਿਉਂਕਿ ਜਹਾਂਗੀਰ ਨੇ ਗੱਲ ਕਹੀ ਸੀ, ਕਹਿਣ ਲੱਗੇ ਵੀ ਠੀਕ ਹੈ, ਜੇ ਸਭ ਜਾਣਾ ਚਾਹੁੰਦੇ ਨੇ, ਜਿੰਨੇ ਸਤਿਗੁਰਾਂ ਦਾ ਪੱਲਾ ਪਕੜ ਲੈਣਗੇ ਉਹਨੇ ਜੇਲ੍ਹ ਤੋਂ ਬਾਹਰ ਹੋ ਜਾਣਗੇ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਨ੍ਹਾਂ ਨੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰਿਆ, ਸਤਿਗੁਰਾਂ ਦਾ ਪੱਲਾ ਪਕੜਿਆ, ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਮਜਾਈ ਛੋੜਿਆ। ਹੱਬ ਕਿਚ ਤਿਆਗੀ, ਹੱਬੇ ਸਾਕ ਕੁੜਾਵੇ ਡਿਠੇ ਤੋਂ ਪੱਲੇ ਟੈਂਡੇ ਲਾਗੀ। ਜਿਹੜੇ ਸਤਿਗੁਰਾਂ ਦੇ ਪੱਲੇ ਲੱਗ ਜਾਂਦੇ ਨੇ ਉਹ ਭਵਜਲ ਸਾਗਰ ਤੋਂ ਪਾਰ ਲੰਘ ਜਾਂਦੇ ਨੇ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਠੀਕ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ, ਚਲੋ ਭਾਈ ਤਿਆਰੀਆਂ ਹੋਈਆਂ, ਅੱਜ ਦਾ ਉਹ ਦਿਨ ਆ ਗਿਆ। ਸਤਿਗੁਰੂ ਗਵਾਲੀਅਰ ਦੇ ਕਿਲੇ ਤੋਂ ਬਾਹਰ ਆਉਂਦੇ ਨੇ ਤੇ 52 ਰਾਜੇ ਵੀ ਨਾਲ ਤੁਰੇ ਆਉਂਦੇ ਨੇ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਾਹਿਬ ਮੇਰਾ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ। ਬੜੇ ਸਤਿਗੁਰ ਦਿਆਲੂ ਨੇ। ਜੇ ਕੋਈ ਭਾਵਨਾ ਨਾਲ ਪ੍ਰੇਮ ਨਾਲ ਅਰਦਾਸ ਕਰਦਾ, ਸਤਿਗੁਰ ਜੀ ਪ੍ਰਵਾਨ ਕਰਦੇ ਨੇ। ਮਹਾਰਾਜ ਕਹਿੰਦੇ, ਠੀਕ ਹੈ ਭਾਈ, ਸੇਵਕ ਬਣਿਓ ਤੇ ਅਸੀਂ ਆਪਣੇ ਸੇਵਕਾਂ ਨੂੰ ਛੱਡ ਕੇ ਨਹੀਂ ਜਾਣਾ। ਜਦੋਂ ਬਾਹਰ ਆਏ ਨਾ ਗਵਾਲੀਅਰ ਦੇ ਕਿਲੇ ਤੋਂ 52 ਰਾਜੇ ਤੁਰੇ ਆਉਂਦੇ ਨੇ ਤੇ ਜਹਾਂਗੀਰ ਵੀ ਅੱਗੇ ਖੜਾ, ਹੱਥ ਜੋੜ ਕੇ, ਮਹਾਰਾਜ ਭੁੱਲ ਹੋ ਗਈ,
ਮਹਾਰਾਜ ਕਹਿਣਗੇ ਭਾਈ ਕੋਈ ਗੱਲ ਨਹੀਂ, ਬਖਸ਼ ਲਿਓ ਸਤਿਗੁਰ ਜੀ ਮੈਨੂੰ। ਜਦੋਂ ਤੁਰ ਲੱਗੇ ਮਹਾਰਾਜ ਕਹਿੰਦੇ ਭਾਈ ਸਾਡਾ ਇੱਕ ਬੰਦਾ ਰਹਿ ਗਿਆ। ਉਹ ਕੌਣ ਹੈ? ਮਹਾਰਾਜ ਕਹਿੰਦੇ ਭਾਈ ਚੰਦੂ ਕਿੱਥੇ ਹੈ? ਜਹਾਂਗੀਰ ਕਹਿੰਦਾ ਵੀ ਲਿਆਓ। ਸਤਿਗੁਰ ਜੀ ਇਸ ਚੰਦੂ ਦੇ ਕਹਿਣ ਤੇ ਮੈਂ ਸਭ ਕੁਝ ਕੀਤਾ ਸੀ। ਜੇ ਪੰਜਵੇਂ ਪਾਤਸ਼ਾਹ ਜੀ ਨੂੰ ਸ਼ਹੀਦੀ ਦਾ ਜਾਮ ਪਿਆਇਆ, ਸ਼ਹੀਦ ਕੀਤਾ ਤਾਂ ਇਸ ਦੁਸ਼ਟ ਦੇ ਕਹਿਣ ਤੇ। ਜੋ ਵੀ ਗੁਰੂ ਘਰ ਦੇ ਨਾਲ ਮੇਰੇ ਤੋਂ ਦੁਰਵਿਹਾਰ ਹੋਇਆ ਇਸ ਦੁਸ਼ਟ ਦੇ ਕਹਿਣ ਤੇ ਹੋਇਆ। ਸਤਿਗੁਰ ਜੀ ਇਹ ਤੁਹਾਡਾ ਮੁਜਰਮ ਹੈ, ਇਹਨੂੰ ਪਕੜੋ। ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਚੰਦੂ ਦੇ ਨੱਕ ਵਿੱਚ ਨਕੇਲ ਪਾਈ। ਸਤਿਗੁਰ ਜੀ ਨੇ ਨਕੇਲ ਪਾ ਕੇ ਮਾਰੇ, ਕਹਿਣ ਲੱਗੇ ਭਾਈ ਸਿੱਖ ਸੰਗਤਾਂ ਇਹਦੇ ਜੁੱਤੀਆਂ ਮਾਰੋ, ਕਿਉਂਕਿ ਇਹਦਾ ਜਿਹੜਾ ਜੁਰਮ ਹੈ ਉਹ ਬਖਸ਼ਣਯੋਗ ਨਹੀਂ। ਇਹਨੇ ਬੜਾ ਵੱਡਾ ਜੁਰਮ ਕੀਤਾ, ਇਹਨੇ ਸਤਿਗੁਰਾਂ ਤੇ ਬੜੇ ਕਹਿਰ ਕਮਾਏ ਨੇ। ਇਸ ਪਾਪੀ ਨੇ, ਇਹਨੂੰ ਤੇ ਨਰਕਾਂ ਵਿੱਚ ਵੀ ਢੋਈ ਨਹੀਂ ਮਿਲਣੀ, ਇਹ ਭਾਗੀ ਨਰਕਾਂ ਦਾ ਹੋਵੇਗਾ। ਸਤਿਗੁਰ ਜੀ ਕਹਿੰਦੇ ਨੇ ਨਕੇਲ ਪਾਈ ਹੈ। ਸਤਿਗੁਰ ਜੀ ਤੁਰੇ ਆਉਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੋਂ ਗਵਾਲੀਅਰ ਤੋਂ ਸਿੱਧਾ ਲਾਹੌਰ ਗਏ। ਪਹਿਲਾਂ ਉਸ ਜਗ੍ਹਾ ਤੇ ਜਿੱਥੇ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਗਿਆ, ਉਸ ਜਗ੍ਹਾ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਚੰਦੂ ਨੂੰ ਦੁਸ਼ਟ ਨੂੰ ਲੈ ਕੇ ਪਹੁੰਚੇ ਨੇ। ਤੇ ਸੰਗਤਾਂ ਸਤਿਗੁਰੂ ਦੀ ਸ਼ਰਨ ਦੇ ਵਿੱਚ ਸੀਸ ਨਿਭਾਉਂਦੀਆਂ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਚੰਦੂ ਦੁਸ਼ਟ ਨੂੰ ਸਾਧ ਸੰਗਤ ਜੀ ਜੁੱਤੀਆਂ ਮਾਰਦੀਆਂ ਨੇ। ਤੇ ਸਾਧ ਸੰਗਤ ਜੀ ਉਸ ਵੇਲੇ ਸਤਿਗੁਰ ਜੀ ਚੰਦੂ ਨੂੰ ਲੈ ਕੇ ਜਾ ਰਹੇ ਨੇ ਨਾ। ਤੇ ਸਾਧ ਸੰਗਤ ਜੀ ਸਤਿਗੁਰ ਜੀ ਮੁਖ ਤੋਂ ਉਚਾਰਦੇ ਨੇ। ਮਰ ਕਹਿੰਦੇ ਚੰਦੂ ਪਾਪੀ ਦਾ ਅੰਤ ਨੇੜੇ ਆ ਗਿਆ, ਉਹ ਨਰਕਾਂ ਦਾ ਭਾਗੀ ਹੋਵੇਗਾ। ਚੰਦੂ ਪਾਪੀ ਦਾ ਅੰਤ ਨੇੜੇ ਆ ਗਿਆ, ਨਰਕਾਂ ਦਾ ਭਾਗੀ ਹੋਵੇਗਾ। ਚੰਦੂ ਪਾਪੀ ਦਾ ਅੰਤ ਨੇੜੇ ਆ ਗਿਆ, ਨਰਕਾਂ ਦਾ ਭਾਗੀ ਹੋਵੇਗਾ। ਚੰਦੂ ਪਾਪੀ ਦਾ ਅੰਤ ਨੇੜੇ ਆ ਗਿਆ, ਨਰਕਾਂ ਦਾ ਭਾਗੀ ਹੋਵੇਗਾ। ਅੰਤ ਨੇੜੇ ਉਹ ਨਰਕਾਂ ਦਾ ਕੀ ਹੋਵੇਗਾ। ਚੰਦੂ ਪਾਪੀ ਦਾ ਅੰਤ ਨੇੜੇ ਆ ਗਿਆ, ਨਰਕਾਂ ਦਾ ਭਾਗੀ ਹੋਵੇਗਾ। ਨਰਕਾਂ ਦਾ ਜੀ ਭਾਗੀ ਹੋਵੇਗਾ, ਨਰਕਾਂ ਦਾ ਜੀ ਭਾਗੀ ਹੋਵੇਗਾ। ਨਰਕਾਂ ਦਾ ਜੀ ਭਾਗੀ ਹੋਵੇਗਾ, ਨਰਕਾਂ ਦਾ ਜੀ ਭਾਗੀ ਹੋਵੇਗਾ। ਨਰਕਾਂ ਦਾ ਜੀ ਭਾਗੀ ਹੋਵੇਗਾ। ਚੰਦੂ ਪਾਪੀ ਦਾ ਅੰਤ ਨੇੜੇ ਆ ਗਿਆ, ਨਰਕਾਂ ਦਾ ਭਾਗੀ ਹੋਵੇਗਾ। ਚੰਦੂ ਪਾਪੀ ਦਾ ਅੰਤ ਨੇੜੇ ਆ ਗਿਆ, ਨਰਕਾਂ ਦਾ ਭਾਗੀ ਹੋਵੇਗਾ। ਪਾਪੀ ਦਾ ਅੰਤ ਨੇੜੇ ਆ ਗਿਆ, ਨਰਕਾਂ ਦਾ ਭਾਗੀ ਹੋਵੇਗਾ। ਚੰਦੂ ਪਾਪੀ ਦਾ ਅੰਤ ਨੇੜੇ ਆ ਗਿਆ, ਨਰਕਾਂ ਦਾ ਭਾਗੀ ਹੋਵੇਗਾ। ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਚੰਦੂ ਨੂੰ ਲਾਹੌਰ ਲੈ ਕੇ ਪੁੱਜੇ। ਤੇ ਉੱਥੇ ਸਾਧ ਸੰਗਤ ਜੀ ਜਿਸ ਪੜਪੂੰਜੇ ਨੇ ਗੁਰੂ ਅਰਜਨ ਪਾਤਸ਼ਾਹ ਜੀ ਦੇ ਸੀਸ ਤੇ ਤੱਤਾ ਰੇਤਾ ਸਾੜ ਕੇ ਪਾਇਆ ਸੀ ਨਾ, ਉਸ ਪੜਪੂੰਜੇ ਨੇ ਉਸ ਵੇਲੇ ਉਹੀ ਕੜਛਾ ਸਾਂਭ ਕੇ ਰੱਖਿਆ ਹੋਇਆ ਸੀ। ਤੇ ਉਹਨੂੰ ਜਾ ਕੇ ਦੱਸਣਾ ਕੀਤਾ। ਜਦੋਂ ਸਤਿਗੁਰਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਪੜਪੂੰਜਾ ਕਹਿਣ ਲੱਗਾ, ਸਤਿਗੁਰ ਜੀ ਇਸ ਦੁਸ਼ਟ ਨੇ ਮੇਰੇ ਕੋਲੋਂ ਇਹ ਮਾੜਾ ਕਰਮ ਕਰਵਾਇਆ, ਇਹਨੂੰ ਮੈਂ ਬਖਸ਼ਾਂਗਾ ਨਹੀਂ। ਉਸ ਵੇਲੇ ਉਸ ਪੜਪੂੰਜੇ ਨੇ ਉਹੀਓ ਕੜਛਾ ਮਾਰ ਕੇ ਚੰਦੂ ਦਾ ਸਾਧ ਸੰਗਤ ਜੀ ਭੋਗ ਪਾ ਦਿੱਤਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਾਪੀ ਨਰਕ ਸੁਧਾਰ ਗਿਆ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਉੱਥੇ ਸੰਗਤਾਂ ਨੂੰ ਖੁਸ਼ੀਆਂ ਬਖਸ਼ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆ ਰਹੇ ਨੇ।
ਇਧਰ ਸਤਿਗੁਰ ਦੇ ਆਉਣ ਦੀ ਖੁਸ਼ੀ ਦੇ ਵਿੱਚ ਸੰਗਤਾਂ ਨੂੰ ਚਾਹ ਚੜ ਗਿਆ ਵੀ ਸਤਿਗੁਰੂ ਸੱਚੇ ਪਾਤਸ਼ਾਹ ਬੜੇ ਲੰਮੇ ਸਮੇਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਨੇ। ਲਾਗੇ ਦੀਆਂ ਸੰਗਤਾਂ ਸਿੱਖ ਸੰਗਤਾਂ ਇਕੱਤਰ ਹੋਈਆਂ ਨੇ, ਦੀਪਮਾਲਾ ਕੀਤੀ ਗਈ। ਸਾਧ ਸੰਗਤ ਜਿਸ ਤਰ੍ਹਾਂ ਆਪਾਂ ਅੱਜ ਆਪਣੇ ਘਰਾਂ ਦੇ ਉੱਤੇ ਬੜੇ ਪ੍ਰੇਮ ਨਾਲ ਦੀਪਮਾਲਾ ਕਰ ਰਹੇ ਹਾਂ, ਹਿੰਦੂ ਮਤ ਦੇ ਵਿੱਚ ਸਾਧ ਸੰਗਤ ਜੀ ਰਾਮਚੰਦਰ ਜੀ ਜਦੋਂ ਬਨਵਾਸ ਕੱਟ ਕੇ ਆਉਂਦੇ ਨੇ, ਇਸੇ ਤਰ੍ਹਾਂ ਉਹਨਾਂ ਨੇ ਵੀ ਖੁਸ਼ੀਆਂ ਮਨਾਈਆਂ, ਦੀਪਮਾਲਾ ਕੀਤੀ। ਤੇ ਸਿੱਖ ਧਰਮ ਦੇ ਵਿੱਚ ਆਪਾਂ ਬੰਦੀ ਛੋੜ ਦਿਵਸ ਮਨਾਉਂਦੇ ਹਾਂ। ਤੇ ਸਿੱਖਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗਵਾਲੀਅਰ ਤੋਂ ਆਉਣ ਦੀ ਖੁਸ਼ੀ ਦੇ ਵਿੱਚ ਸਤਿਗੁਰ ਦੀ ਖੁਸ਼ਾਮਦ ਦੇ ਵਿੱਚ ਸਾਧ ਸੰਗਤ ਜੀ ਦੀਪਮਾਲਾ ਕੀਤੀ ਤੇ ਬੜੇ ਮਠਿਆਈਆਂ ਵੰਡੀਆਂ ਗਈਆਂ, ਬੜਾ ਮਨ ਦੇ ਵਿੱਚ ਚਾਹ ਚੜਿਆ ਤੇ ਸਤਿਗੁਰਾਂ ਨੂੰ ਬੰਦੀ ਛੋੜ ਪਿਤਾ ਦਾ ਦਰਜਾ ਦਿੱਤਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਤਿਗੁਰ ਜੀ ਤੁਸੀਂ ਤੇ ਬੰਧਨਾਂ ਤੋਂ ਮੁਕਤ ਕਰਨ ਵਾਲੇ ਹੋ, ਤੁਸੀਂ ਤੇ ਰਾਜਿਆਂ ਦੇ ਬੰਧਨ ਹੀ ਕੱਟ ਦਿੱਤੇ ਨੇ। ਤੇ ਸੱਚਖੰਡ ਸ੍ਰੀ ਹਰਿਮੰਦਰ ਸਤਿਗੁਰ ਜੀ ਆਏ ਨੇ ਤੇ ਸਾਰੀਆਂ ਸੰਗਤਾਂ ਬੜੇ ਪ੍ਰੇਮ ਨਾਲ, ਜਿਵੇਂ ਅੱਜ ਆਪਾਂ ਸਾਰੇ ਇਕੱਤਰ ਹੋਏ ਹਨ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਬੰਦੀ ਛੋੜ ਦਿਹਾੜੇ ਬੜੀ ਸ਼ਰਧਾ ਭਾਵਨਾ ਨਾਲ ਆਪਾਂ ਮਨਾ ਰਹੇ ਹਾਂ। ਇਸੇ ਤਰ੍ਹਾਂ ਅੱਜ ਸੰਗਤਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜੀ ਆਇਆਂ ਕਹਿੰਦੀਆਂ ਨੇ। ਆਓ ਪੜ੍ਹੀਏ ਪਿਆਰ ਦੇ ਨਾਲ, ਆਹ ਧਾਰਨਾ ਪੜ੍ਹ ਕੇ ਫਿਰ ਆਨੰਦ ਸਾਹਿਬ ਜੀ ਦਾ ਜਾਪ ਸਾਰੀਆਂ ਸੰਗਤਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਤੇ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਸਤਿਗੁਰ ਜੀ ਤੁਹਾਡੀ ਜਾਤ ਦੇ ਵਿੱਚ ਸ਼ਬਦ ਪੜਿਆ ਜਾਂਦਾ ਸੀ, ਥਿਰ ਕਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ। ਸਤਿਗੁਰ ਜੀ ਅੱਜ ਤੋਂ ਬਾਅਦ ਅਸੀਂ ਇਹ ਸ਼ਬਦ ਨਹੀਂ ਪੜਾਂਗੇ। ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਜੀ ਅੱਜ ਤੱਕ ਤੇ ਤੁਸੀਂ ਸਾਡੀ ਯਾਦ ਵਿੱਚ ਪੜ੍ਹਦੇ ਸੀ, ਪਰ ਅੱਜ ਤੋਂ ਬਾਅਦ ਤੁਹਾਡੀ ਯਾਦ ਵਿੱਚ ਇਹ ਸ਼ਬਦ ਪੜ੍ਹੇ ਜਾਣਗੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅੱਜ ਵੀ ਸੋਦਾਰ ਦੀ ਚੌਂਕੀ ਤੋਂ ਬਾਅਦ ਇਹ ਸ਼ਬਦ ਪੜ੍ਹਿਆ ਜਾਂਦਾ ਹੈ ਸ਼ਾਮ ਨੂੰ। ਤੇ ਇਸ ਤਰ੍ਹਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੀਆਂ ਤੇ ਸੰਗਤਾਂ ਬੜੇ ਪ੍ਰੇਮ ਦੇ ਨਾਲ ਦੀਪਮਾਲਾ ਕਰਕੇ ਆਸਤਬਾਜੀ ਚਲਾਈ, ਮਠਿਆਈਆਂ ਵੰਡੀਆਂ ਜਾ ਰਹੀਆਂ ਨੇ ਤੇ ਸਤਿਗੁਰਾਂ ਨੂੰ ਜੀ ਆਇਆਂ ਕਹਿੰਦੀਆਂ ਨੇ ਸਾਰੀਆਂ ਸੰਗਤਾਂ। ਆਓ ਪੜ੍ਹੀਏ ਪ੍ਰੇਮ ਦੇ ਨਾਲ। ਸਭ ਸੰਗਤਾਂ ਨੇ ਸੀਸ ਨਿਭਾਉਂਦੀਆਂ, ਸਭ ਸੰਗਤਾਂ ਨੇ ਸੀਸ ਨਿਭਾਉਂਦੀਆਂ, ਆਗੇ ਬੰਦੀ ਛੋੜ ਪਾਤਸ਼ਾਹ ਸਭ ਸੰਗਤਾਂ ਨੇ ਸੀਸ ਨਿਭਾਉਂਦੀਆਂ, ਆਗੇ ਬੰਦੀ ਛੋੜ ਪਾਤਸ਼ਾਹ ਸਭ ਸੰਗਤਾਂ ਨੇ ਸੀਸ ਨਿਭਾਉਂਦੀਆਂ, ਆਗੇ ਬੰਦੀ ਛੋੜ ਬਾਬਾ ਜੀ ਸਭ ਸੰਗਤਾਂ ਨੇ ਸੀਸ ਨਿਭਾਉਂਦੀਆਂ, ਆਗੇ ਬੰਦੀ ਛੋੜ ਬਾਬਾ ਜੀ ਸਭ ਸੰਗ ਬੋਲੋ ਭੈਣੋ, ਆਗੇ ਬੰਦੀ ਛੋੜ ਦਾਤਾ ਜੀ ਸਭ ਸੰਗਤਾਂ ਨੇ ਸੀਸ ਨਿਭਾਉਂਦੀਆਂ, ਆਗੇ ਬੰਦੀ ਛੋੜ ਦਾਤਾ ਜੀ ਮੇਰੇ ਪਿਆਰੇ ਆਗੇ ਬੰਦੀ ਛੋੜ ਪਾਤਸ਼ਾਹ ਪਿਆਰੇ ਜੀ, ਆਗੇ ਬੰਦੀ ਛੋੜ ਪਾਤਸ਼ਾਹ ਮੇਰੇ ਪਿਆਰੇ ਆਗੇ ਬੰਦੀ ਛੋੜ ਦਾਤਾ ਜੀ ਪਿਆਰਿਆ, ਆਗੇ ਬੰਦੀ ਛੋੜ ਦਾਤਾ ਜੀ ਪਿਆਰਿਆ, ਆਗੇ ਬੰਦੀ ਛੋੜ ਦਾਤਾ ਜੀ ਸਭ ਸੰਗਤਾਂ ਨੇ ਸੀਸ ਨਿਭਾਉਂਦੀਆਂ, ਆਗੇ ਬੰਦੀ ਛੋੜ ਪਾਤਸ਼ਾਹ ਸਭ ਸੰਗਤਾਂ ਨੇ ਸੀਸ ਨਿਭਾਉਂਦੀਆਂ, ਆਗੇ ਬੰਦੀ ਛੋੜ ਦਾਤਾ ਜੀ
ਤਾਨੇ ਸੀਸ ਨਿਭਾਉਂਦੀਆਂ ਆਗੇ ਬੰਦੀ ਛੋੜ ਦਾਤਾ ਜੀ ਸਭ ਸੰਗਤਾਂ ਨੇ ਸੀਸ ਨਿਭਾਉਂਦੀਆਂ ਆਗੇ ਬੰਦੀ ਛੋੜ ਦਾਤਾ ਜੀ ਵਾਹ ਜੀ ਵਾਹ। ਸੰਗਤਾਂ ਨੇ ਸੀਸ ਨਿਭਾਉਂਦੀਆਂ ਆਗੇ ਬੰਦੀ ਛੋੜ ਦਾਤਾ ਜੀ ਇਸ ਤਰ੍ਹਾਂ ਸੰਗਤਾਂ ਨੇ ਖੁਸ਼ੀਆਂ ਮਨਾਈਆਂ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਬੰਦੀ ਛੋੜ ਦਿਵਸ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਘਰ ਪਰਿਵਾਰਾਂ ਤੇ ਇਸੇ ਤਰ੍ਹਾਂ ਖੁਸ਼ੀਆਂ ਬਖਸ਼ਦੇ ਰਹਿਣ। ਇਸ ਤਰ੍ਹਾਂ ਸਭਨਾਂ ਦੇ ਘਰਾਂ ਦੇ ਵਿੱਚ ਸਾਧ ਸੰਗਤ ਜੀ ਇਹ ਦੀਵੇ ਜਗਦੇ ਰਹਿਣ ਤੇ ਸਤਿਗੁਰਾਂ ਨੂੰ ਯਾਦ ਕਰਦੇ ਰਹੀਏ। ਆਓ ਸਾਰੀਆਂ ਸੰਗਤਾਂ ਨੂੰ ਭਾਈ ਲੱਖ ਲੱਖ ਵਧਾਈ ਹੋਵੇ। ਇਤਨੀਆਂ ਬੇਨਤੀਆਂ ਪ੍ਰਵਾਨ ਕਰਿਓ ਸਾਧ ਸੰਗਤ ਜੀ। ਇਤਿਹਾਸ ਗੁਰੂ ਦਾ ਸਮੁੰਦਰ ਹੈ। ਕਈ ਵਾਰ ਬੋਲਦਿਆਂ ਕੋਲੋਂ ਗਲਤੀਆਂ ਭੁੱਲਾਂ ਕੋਈ ਤੁਕ ਰਹਿ ਜਾਂਦੀ ਹੈ, ਕਿਉਂਕਿ ਜਿਹੜੀ ਜ਼ੁਬਾਨ ਹੈ ਫਿਸਲ ਜਾਂਦੀ ਹੈ, ਇਹ ਵੱਸ ਵਿੱਚ ਨਹੀਂ ਰਹਿੰਦੀ ਬੰਦੇ ਦੇ। ਇਸ ਕਰਕੇ ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਕਰਿਓ ਕਿ ਸਤਿਗੁਰ ਜੀ ਤੁਹਾਡੀ ਸ਼ਰਨ ਦੇ ਵਿੱਚ ਬੈਠ ਕੇ, ਸੰਗਤ ਵਿੱਚ ਬੈਠ ਕੇ ਬੋਲਣ ਦੀ ਸਾਨੂੰ ਜਾਚ ਆ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਿਓ। ਬੇਸ਼ੁਮਾਰ ਅਥਾ ਅਗੰਤ ਤੋਲੇ ਜਿਉ ਬੁਲਾਵੋ ਤਿਉ ਨਾਨਕ ਆਸ ਬੋਲੇ। ਆਓ ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਚਨਾਂ ਨੂੰ ਆਪਣੀ ਝੋਲੀ ਵਿੱਚ ਪਾ ਲਿਓ, ਹਿਰਦੇ ਵਿੱਚ ਵਸਾ ਲਿਓ ਤੇ ਸਤਿਗੁਰੂ ਸਭ ਦੇ ਘਰ ਪਰਿਵਾਰਾਂ ਤੇ ਬਖਸ਼ਿਸ਼ਾਂ ਕਰਦੇ ਰਹਿਣ। ਸਾਰੀਆਂ ਸੰਗਤਾਂ ਆਨੰਦ ਸਾਹਿਬ ਜੀ ਦੀ ਬਾਣੀ ਵਿੱਚ ਜੁੜੀਏ। ਰਾਮ ਕਲੀ ਮਹਲਾ ਤੀਜਾ। ਨਾਮ ਏਕ ਓੰਕਾਰ ਸਤਿਗੁਰ ਪ੍ਰਸਾਦ। ਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ। ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਕਾਬਰ ਤਨ ਪਰਵਾਰ ਪਰੀਆਂ ਸ਼ਬਦ ਗਾਵਣਿਆ। ਸ਼ਬਦੋ ਸਗਾਵੋ ਹਰੀ ਕੇਰਾ ਮਨ ਨਿਵਾਸਾਇਆ ਕਹਿ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਾਗਰ ਤਾਰਨਾ ਅੰਗੀਕਾਰੋ ਕਰੇ ਤੇਰਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕੇ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਰੇ ਬਾਚਾ ਨਹੀਂ ਕਰਤੇ ਕਰਤਾ ਤੇਰਾ ਸਭ ਕਿਛ ਹੈ ਜਿਸ ਤੇ ਤੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰ। ਕਹਿ ਨਾਨਕ ਸੱਚੇ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ। ਸਾਜ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਸਾਤ ਸੁਖ ਮਨ ਆਏ ਵਸਿਆ ਜਿਤਿਆ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਖ ਜਿਤਨੀਆਂ ਇਹ ਵਡਿਆਈ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਵਾਜੇ ਪੰਜ ਸ਼ਬਦ ਜੁਕਾਰ ਅਰਥ ਪਾਕੇ ਸ਼ਬਦ ਵਾਜੇ ਕਲਾ। ਪੰਜ ਦੂਤ ਦਵਸ ਕੀਤੇ ਕਾਲ ਕੰਡਕ ਮਾਰਿਆ। ਕਹਿ ਨਾਨਕ ਤੈ ਸੁਖੁਆ ਤਿਤ ਕਰ ਅਨੁਦਵਾ। ਨੰਦ ਸੁਣੋ ਬੜ ਭਾਗਿਓ ਸਗਲ ਮਨੋਰਥ ਪੂਰੇ। ਸਾਰੇ ਬ੍ਰਹਮ ਪ੍ਰਭ ਪਾਇਆ ਸਰੇ ਸਗਲ
ਦੂਰ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਕਰਤੇ ਪੂਰੇ ਗੁਰ ਤੇ ਜਾਣੀ ਗੁਣ ਤੇ ਪਨੀਤ ਗਾਤੇ ਪਵਿੱਤ ਸਤਿਗੁਰਿਆ ਭਰਪੂਰੇ ਵੰਦ ਨਾਨਕ ਕਰ ਚਰਨ ਲਾਗੇ ਵਾਜੇ ਅਨੰਦ ਸੂਰਜ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤੂ ਇੰਦ ਰਾਤ ਸੋਇ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਬਾਚੈ ਧਰਮ ਦੂਰ ਨੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲੂ ਨੇ ਮੁਖੇ ਉਛਲੇ ਕੀਤੀ ਜੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲੂ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੂੰ ਠਾਕੁਰ ਤੁਮ